ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਕਿਰਪਾ ਕਰੋ ਦੀਨ ਕੇ ਦਾਤੇ, ਮੇਰਾ ਗੁਣ ਅਵਗੁਣ ਨਾ ਵਿਚਾਰੋ ਕੋਈ। माटी का क्या टोपै स्वामी, माटी का क्या टोपै स्वामी, मानस की गति ही। जप मन सतनाम, जप मन सतनाम, सदा सतनाम। हलत पलत मुख उज्जल होई है, नित ध्याइयै हर पुरख निरंजना। जय हर सिमरन पया तै उपाद गत कीनी। बड़ भागी हर जपना, जन नानक को गुर ही मत दीनी। जप हर भव जल तरना, दुकालं प्रणासी दयालं स्वरूपे। कालं प्रणासी दयालं स्वरूपे, सदा अंग संगे अपंगं बपूते। फरीदा खिंथड़ मेखा अगलियां, फरीदा खिंथड़ मेखा अगलियां। जिंद ना काई मेख बारी आपो अपनी। चले मसाइक शेख राणा राव ना कोर है। रंग ना तुंग फकीर, बारी आपो अपनी कोई ना बंदा तीर। प्यारे जो संगी है तेरो, हर जस गाए ले मना। दो संगी है तेरो, हर जस गाए ले मना। संगी है तेरो, हर जस गाए ले मना। प्यारे जो संगी है तेरो, हर जस गाए ले मना। Hare
जसो जी गाए ले मना, हर जसो जी गाए मना। हर जसो जी गाए ले मना, हर जसो जी गाए ले मना। हर जस गाए ले मना, प्यारे जो संगी है तेरो। हर जस गाए ले मना, हर जस रे मना गाए ले जो संगी है तेरो। अवसर बीत्यो जात है किया मान ले मेरो। संपत रतन राज स्यों अतने हो लगायो। काल पास जब गल परी सब पयो परायो। जान बूझ के बाबरे तैं काज बगारियो। पाप करत सुख च्यो नहीं, नहीं गर्भ नवारियो। जे बिद गुरु उपदेसे आसो सुन रे पाई। नानक कहत पुकार कै गहो प्रभ शरणाई। इत्थे बैठनी किसे ने रहना। इत्थे बैठनी किसे ने रहना। किसे ने रहना, बैठनी किसे ने रहना। किसे ने बैठनी किसे ने रहना। इत्थे बैठनी किसे ने रहना। बैठनी किसे ने रहना। इत्थे बैठनी किसे ने रहना। इत्थे बैठनी किसे ने रहना। बारी आई जी तो रोजा बना। बारी आई जी तो रोजा बना।
आई जी तुर जावना, बारी आई जी तुर जावना। किसे ने रहना, बैठनी किसे ने रहना, बैठनी किसे ने रहना, इतनी बैठनी किसे ने रहना। किसे ने रहना, बारी आई तुर जावना, ते बैठनी किसे ने रहना, बारी आई तुर जावना। बैठनी किसे ने रहना, बारी आई तुर जावना, ते बैठनी किसे ने रहना, बारी आई तुर जावना। राणा रौना को रंग न तुंग फकीर, वारी आपो अपनी कोई न मंदा तीरो। गुरु रूप गुरु प्यारी गुरु सवारी सत्संग जीओ, आओ जिन्नियां भी संगतां दूरों नेड़ों चल करके रिश्तेदार भैन भाई साख संबंधी परिवार के गृह विखे ਅਤੇ गुरु चरणों ਦੇ ਵਿੱਚ ਅਰਦਾਸਾਂ ਕਰਦੇ ਹੋਏ गुरु चरणों ਦੇ ਵਿੱਚ पहुँच रहे हैं। सब तो पहला ਆਪਾਂ अपनी हाज़री गुरु चरणों च लवा लईए।
ਅਤੇ ਰਸਨਾ ਨੂੰ ਪਵਿੱਤਰ ਕਰੀਏ। ਸਾਰੀਆਂ ਸੰਗਤਾਂ ਫਤਿਹ ਦਾ ਜਵਾਬ ਫਤਿਹ ਦਿਓ। ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ, ਅੱਜ ਆਪਾਂ ਸਾਰੇ ਹੀ ਸਾਕ ਸੰਬੰਧੀ ਰਿਸ਼ਤੇਦਾਰ ਪਰਿਵਾਰ ਦੇ ਨਾਲ ਨਿਹੋ ਰੱਖਣ ਵਾਲੇ ਬਹੁਤ ਹੀ ਸਤਿਕਾਰਯੋਗ ਬੀਬੀ ਰਾਣੀ ਜੀ, ਉਹਨਾਂ ਦੀ ਅੰਤਮ ਅਰਦਾਸ ਦੇ ਵਿੱਚ ਆਪਾਂ ਸ਼ਾਮਲ ਹੋਣ ਵਾਸਤੇ ਆਏ ਹਾਂ। ਸਾਧ ਸੰਗਤ, ਭਾਵੇਂ ਜਿਸ ਦਿਨ ਭੈਣ ਰਾਣੀ ਜੀ ਆਪਾਂ ਸਾਰਿਆਂ ਨੂੰ ਛੱਡ ਕੇ ਦੁਨੀਆ ਤੋਂ ਚਲੇ ਗਏ, ਉਹਨਾਂ ਨੇ ਆਪਣੇ ਪੰਜ ਭੌਤਿਕ ਸਰੀਰ ਨੂੰ ਛੱਡਣਾ ਕੀਤਾ। ਉਸ ਦਿਨ ਜਿਸ ਕਿਸੇ ਨੂੰ ਵੀ ਪਤਾ ਲੱਗਿਆ, ਸਾਕ ਸੰਬੰਧੀ ਰਿਸ਼ਤੇਦਾਰ ਭੈਣ ਭਾਈ ਪਰਿਵਾਰ ਵੱਲੋਂ ਸੁਨੇਹੇ ਵੀ ਭੇਜੇ ਗਏ ਹੋਣਗੇ। ਜਿਸ ਕਿਸੇ ਨੂੰ ਪਤਾ ਲੱਗਦਾ ਗਿਆ, ਆਪਾਂ ਸਾਰੇ ਹੀ ਪਰਿਵਾਰ ਦੇ ਗ੍ਰਹਿ ਵਿਖੇ ਪਹੁੰਚੇ ਅਤੇ ਰਾਣੀ ਭੈਣ ਦੇ ਆਪਾਂ ਸਾਰੇ ਹੀ ਅੰਤਮ ਸੰਸਕਾਰ ਦੇ ਸਮੇਂ 'ਤੇ ਪਹੁੰਚੇ। ਸਾਧ ਸੰਗਤ, ਫਿਰ ਫੁੱਲਾਂ ਦੀ ਰਸਮ ਹੋਈ, ਜਾਂ ਫਿਰ ਜਦੋਂ ਵੀ ਪਤਾ ਲੱਗਦਾ ਗਿਆ ਕਿਸੇ ਵੀ ਭੈਣ ਭਰਾ ਨੂੰ ਕਿ ਅੱਜ ਭਾਈ ਸਾਹਿਬ ਭਾਈ ਰਾਜਪਾਲ ਸਿੰਘ ਜੀ ਉਹਨਾਂ ਦੇ ਪਰਿਵਾਰ ਦੇ ਉੱਤੇ ਇੱਕ ਕਹਿਰ ਟੁੱਟਿਆ, ਉਹਨਾਂ ਦੇ ਪਰਿਵਾਰ ਦੇ ਹਾਰ ਦੇ ਵਿੱਚੋਂ ਇੱਕ ਮੋਤੀ ਬਿਖਰ ਗਿਆ। ਜਿਸ ਕਿਸੇ ਨੂੰ ਪਤਾ ਲੱਗਦਾ ਗਿਆ, ਆਪਾਂ ਸਾਰੇ ਪਰਿਵਾਰ ਦੇ ਗ੍ਰਹਿ ਵਿਖੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਵਾਸਤੇ ਪਹੁੰਚੇ। ਅੱਜ ਫਿਰ ਪਹੁੰਚੇ ਹਾਂ, ਕਿਉਂਕਿ ਸਾਧ ਸੰਗਤ, ਅੱਜ ਆਪਾਂ ਨੇ ਸਾਰੇ ਰਿਸ਼ਤੇਦਾਰਾਂ ਨੇ, ਭੈਣ ਭਾਈਆਂ ਨੇ, ਨਗਰ ਨਿਵਾਸੀਆਂ ਨੇ, ਪਰਿਵਾਰ ਨੇ ਰਲ ਮਿਲ ਕੇ ਦੁਨੀਆ ਦੇ ਮਾਲਕ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚਰਨਾਂ 'ਚ ਅਰਦਾਸ ਬੇਨਤੀ ਕਰਨੀ ਹੈ। ਕੀ ਕਰਨੀ ਹੈ? ਹੇ ਅਕਾਲ ਪੁਰਖ ਮਹਾਰਾਜ, ਉਸ ਜੀਵਾਤਮਾ ਤੋਂ ਜ਼ਿੰਦਗੀ ਦੇ ਵਿਚਰਦਿਆਂ, ਜ਼ਿੰਦਗੀ ਦੇ ਪੈਂਡੇ 'ਤੇ ਚੱਲਦਿਆਂ ਬੜੀਆਂ ਗਲਤੀਆਂ ਹੋ ਗਈਆਂ ਹੋਣਗੀਆਂ। ਆਪ ਕਿਰਪਾ ਕਰਿਓ ਮਹਾਰਾਜ ਜੀ, ਆਪ ਬਖਸ਼ੰਦ ਪਿਤਾ ਹੋ, ਬਖਸ਼ਣਹਾਰ ਹੋ ਮਹਾਰਾਜ, ਕਿਰਪਾ ਕਰਕੇ ਬਖਸ਼ ਲਿਓ। ਮਹਾਰਾਜ ਕਿਰਪਾ ਕਰਿਓ, ਉਹਨਾਂ ਔਗਣਾਂ ਨੂੰ ਨਾ ਚਿਤਾਰਦੇ ਹੋਏ ਇਸ ਜੀਵਾਤਮਾ ਨੂੰ ਆਵਾਗਮਨ ਦੇ ਚੱਕਰ ਤੋਂ ਬਚਾ ਕੇ, ਵਿੰਗੀਆਂ ਟੇਢੀਆਂ ਜੂਨਾਂ ਤੋਂ ਬਚਾ ਕੇ ਆਪਦੇ ਚਰਨਾਂ 'ਚ ਸਥਾਨ ਦਿਓ। ਇਹ ਅਰਦਾਸ ਕਰਨ ਵਾਸਤੇ ਗੁਰੂ ਚਰਨਾਂ 'ਚ ਆਪਾਂ ਪਹੁੰਚੇ। ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬੁੱਧ ਸਮਤ ਬਖਸ਼ੋ, ਕਿਰਪਾ ਕਰਕੇ ਅੱਗੇ ਵਾਸਤੇ ਪਰਿਵਾਰ ਵਿੱਚ ਸੁੱਖ ਸ਼ਾਂਤੀ ਵਰਤਾਉਣੀਆਂ, ਇਹ ਅਰਦਾਸਾਂ ਕਰਨੀਆਂ ਨੇ। ਸਾਧ ਸੰਗਤ, ਮੈਂ ਬੇਨਤੀ ਕਰਾਂ ਸੰਗਤਾਂ ਨੂੰ ਕਿ ਸਾਧ ਸੰਗਤ ਜੀ, ਪਰਿਵਾਰ ਵੱਲੋਂ ਸਾਰੀਆਂ ਸੰਗਤਾਂ ਵਾਸਤੇ ਗੁਰੂ ਘਰ ਲੰਗਰ ਤਿਆਰ ਕੀਤਾ ਗਿਆ, ਚਾਹ ਪਾਣੀ ਦਾ ਪ੍ਰਸਾਦੇ ਦਾ ਪ੍ਰਬੰਧ ਕੀਤਾ ਗਿਆ। ਸਾਰਿਆਂ ਤੋਂ ਪਹਿਲਾਂ ਆਪਾਂ ਨੇ ਚਾਹ ਪਾਣੀ ਪ੍ਰਸਾਦਾ ਛਕਣਾ ਹੈ, ਉਸ ਤੋਂ ਉਪਰੰਤ ਫਿਰ ਆਪਾਂ ਸਾਰਿਆਂ ਨੇ ਗੁਰੂ ਚਰਨਾਂ 'ਚ ਆ ਕੇ ਬੈਠਣਾ ਹੈ। ਕਿਉਂਕਿ ਸਾਧ ਸੰਗਤ, ਅੱਜ ਦਾ ਜੋ ਸਮਾਂ ਹੈ ਨਾ, ਇਹ ਆਪਾਂ ਸਮਾਂ ਕੱਢਿਆ ਬੀਬੀ ਰਾਣੀ ਜੀ ਦੀ ਯਾਦ ਦੇ ਵਿੱਚ, ਉਹਨਾਂ ਦੀ ਅਰਦਾਸ, ਅੰਤਮ ਅਰਦਾਸ ਦੇ ਵਿੱਚ ਸ਼ਾਮਲ ਹੋਣ ਵਾਸਤੇ ਆਏ ਹਾਂ ਆਪਾਂ। ਇਹ ਨਾ ਹੋਵੇ ਕਿ ਚਾਹ ਪਾਣੀ ਛਕ ਲਿਆ, ਆਪਾਂ ਇੱਧਰ ਉੱਧਰ ਬਹਿ ਕੇ ਗੱਲਾਂ ਬਾਤਾਂ ਮਾਰ ਕੇ ਮੁੜ ਗਏ। ਉਹਦੀ ਯਾਦ ਦੇ ਵਿੱਚ ਗੁਰੂ ਚਰਨਾਂ 'ਚ ਜ਼ਰੂਰ ਬੈਠਣਾ ਹੈ। ਸਾਧ ਸੰਗਤ, ਜਿੱਥੇ ਅਸੀਂ ਉਹਦੀ ਯਾਦ ਦੇ ਵਿੱਚ ਬੈਠਾਂਗੇ ਨਾ, ਉੱਥੇ ਨਾਲ ਹੀ ਗੁਰੂ ਚਰਨਾਂ 'ਚ ਬੈਠ ਕੇ ਅੰਮ੍ਰਿਤ ਬਾਣੀ ਸੁਣ ਕੇ ਕੁਝ ਸਾਡੇ ਜੀਵਨ ਦੀਆਂ ਘੜੀਆਂ, ਸਾਡੇ ਆਪਣੇ ਸਵਾਸਾਂ ਦੀ ਪੂੰਜੀ ਹੈ ਜਿਹੜੀ ਉਹ ਸਫਲ ਹੋ ਜਾਵੇਗੀ। ਇਸ ਕਰਕੇ ਬੇਨਤੀ ਹੈ ਕਿ ਚਾਹ ਪਾਣੀ ਪ੍ਰਸਾਦਾ ਛਕ ਕੇ ਫਿਰ ਸਾਰੀਆਂ ਸੰਗਤਾਂ ਨੇ ਗੁਰੂ ਚਰਨਾਂ 'ਚ ਆ ਕੇ ਬੈਠਣ ਦੀ ਕਿਰਪਾਲਤਾ ਕਰਨੀ ਹੈ, ਚੁੱਪ ਦਾ ਦਾਨ ਬਖਸ਼ਣਾ ਹੈ। ਸਾਧ ਸੰਗਤ,
ਸਾਡੇ ਵਿੱਚੋਂ ਭੈਣ ਰਾਣੀ ਸਦਾ ਲਈ ਚਲੇ ਗਏ ਨੇ। ਇੱਕ ਪਰਿਵਾਰ ਲਈ ਬਹੁਤ ਵੱਡੀ ਦੁਖਦਾਈ ਖਬਰ ਹੈ। ਉਹਨਾਂ ਦੇ ਭੈਣ ਭਰਾਵਾਂ ਵਾਸਤੇ, ਉਹਨਾਂ ਦੇ ਰਿਸ਼ਤੇਦਾਰਾਂ ਵਾਸਤੇ ਇੱਕ ਵੱਡੀ ਦੁੱਖ ਦੀ ਗੱਲ ਹੈ। ਭਾਵੇਂ ਸਾਧ ਸੰਗਤ ਜੀ ਉਹ ਪਰਮਾਤਮਾ ਦੇ ਘਰ ਦਾ ਇਹ ਅਸੂਲ ਹੈ, ਲਾ ਇੱਕ ਕਾਨੂੰਨ ਬਣਾਇਆ ਉਹਨੇ, ਜੋ ਆਇਆ ਸੋ ਚੱਲ ਸੀ, ਸਭ ਕੋਈ ਆਈ ਬਾਰੀ ਹੈ। ਕਿ ਜਿਹੜਾ ਇੱਥੇ ਦੁਨੀਆ 'ਤੇ ਆਇਆ ਉਹਨੇ ਇੱਕ ਦਿਨ ਜਾਣਾ ਹੈ। ਇਹ ਉਹਦੇ ਘਰ ਦਾ ਅਸੂਲ ਹੈ, ਇਹਨੂੰ ਕੋਈ ਤੋੜ ਨਹੀਂ ਸਕਿਆ ਅਜੇ ਤੱਕ। ਸਾਧ ਸੰਗਤ ਕੋਈ ਨਹੀਂ ਤੋੜ ਸਕਿਆ ਇਸ ਅਸੂਲ ਨੂੰ, ਉਹਦੇ ਕਾਨੂੰਨ ਨੂੰ, ਪਰਮਾਤਮਾ ਦੇ ਬਣਾਏ ਹੋਏ ਲਾ ਨੂੰ ਕੋਈ ਤੋੜ ਨਹੀਂ ਸਕਿਆ, ਕੋਈ ਉਲੰਘਣਾ ਨਹੀਂ ਕਰ ਸਕਿਆ। ਭਾਵੇਂ ਬਹੁਤ ਯਤਨ ਕੀਤੇ ਨੇ। ਪਿੱਛੇ ਆਪਾਂ ਇਤਿਹਾਸ ਪੜ੍ਹਦੇ ਹੀ ਰਹਿੰਦੇ ਹਾਂ, ਕਥਾ ਕਹਾਣੀਆਂ ਪੜ੍ਹਦੇ ਹਾਂ, ਉਹਦੇ ਵਿੱਚ ਦੇਖਦੇ ਹਾਂ ਬੜਾ ਜ਼ੋਰ ਲਾਇਆ ਆਪਦੇ ਆਪ ਨੂੰ ਰੱਬ ਕਹਾਉਣ ਵਾਲੇ, ਲੰਮੀਆਂ ਉਮਰਾਂ ਲੈਣ ਵਾਲੇ, ਬਰ ਲੈਣ ਵਾਲੇ ਕੋਈ ਨਹੀਂ ਰਿਹਾ। ਇਸੇ ਕਰਕੇ ਮਹਾਰਾਜ ਜੀ ਕਹਿੰਦੇ, ਕੱਲੇ ਆਵੇ ਨਾਨਕਾ ਸੱਦੇ ਉੱਠੀ ਜਾਏ। ਉਹਦੇ ਭੇਜੇ ਹੋਏ ਕੱਲੇ ਹੋਏ, ਉਹਦੇ ਕੱਲੇ ਹੋਏ ਦੁਨੀਆ 'ਤੇ ਭੇਜੇ ਹੋਏ ਆਏ, ਸੱਦੇ ਉੱਠੀ ਜਾਏ। ਜਦੋਂ ਸੱਦਾ ਆ ਗਿਆ, ਸੁਨੇਹਾ ਆ ਗਿਆ ਉਹਦਾ, ਫਿਰ ਸਤਸੰਗ ਜਾਣਾ ਪੈਣਾ, ਫਿਰ ਜਾਣਾ ਪੈਣਾ। ਕਈ ਵਾਰੀ ਭੁਲੇਖਾ ਪੈਂਦਾ ਕਿ ਪਰਮਾਤਮਾ ਪਤਾ ਨਹੀਂ ਕਿਹੜੇ ਰੰਗਾਂ ਦੇ ਵਿੱਚ ਰਾਜੀ ਹੈ। ਆਪੇ ਹਰ ਇੱਕ ਰੰਗ ਹੈ, ਆਪੇ ਬਹੁ ਰੰਗੀ, ਜੋਤ ਸੁਭਾਵੈ ਨਾਨਕਾ, ਸਾਈ ਗੱਲ ਚੰਗੀ। ਮਹਾਰਾਜ ਜੀ ਕਹਿੰਦੇ ਨੇ ਸਾਈ ਗੱਲ ਚੰਗੀ ਹੈ। ਪਰ ਸਾਧ ਸੰਗਤ ਜੀ, ਦੁਨੀਆ 'ਤੇ ਬੰਦੇ ਨੂੰ ਭੇਜਿਆ ਪਰਮਾਤਮਾ ਨੇ। ਹੁਣ ਬੰਦੇ ਨੂੰ ਜਦੋਂ ਦੁਨੀਆ 'ਤੇ ਭੇਜਦਾ, ਮਹਾਰਾਜ ਜੀ ਗੁਰਬਾਣੀ 'ਚ ਕਹਿੰਦੇ, ਮਹਾਰਾਜ ਜੀ ਕਹਿੰਦੇ, ਮਰਨ ਲਖਾਏ ਮੰਡਲ ਭੇ ਆਏ। ਕਹਿੰਦੇ ਜਦੋਂ ਦੁਨੀਆ 'ਤੇ ਬੰਦਾ ਆਉਂਦਾ, ਉਹਦਾ ਕਹਿੰਦੇ ਪਹਿਲਾਂ ਮਰਨਾ ਲਿਖਿਆ ਜਾਂਦਾ, ਜਿਹਨੂੰ ਕਹਿੰਦੇ ਲੇਖ ਲਿਖ ਦਿੱਤੇ। ਪਹਿਲਾਂ ਮਰਨਾ, ਮੌਤ ਲਿਖ ਦਿੱਤੀ ਹੈ। ਉਹਦਾ ਤਰੀਕਾ ਲਿਖ ਦਿੱਤਾ, ਮੌਤ ਕਿਹੜੇ ਤਰੀਕੇ ਦੇ ਨਾਲ ਹੋਣੀ ਹੈ। ਇਹਨੂੰ ਅਟੈਕ ਹੋਣਾ, ਐਕਸੀਡੈਂਟ ਹੋਣਾ, ਇਹਨੂੰ ਕੋਈ ਬਿਮਾਰੀ ਨੇ ਪਕੜਨਾ, ਉਹ ਤਰੀਕਾ ਵੀ ਲਿਖ ਦਿੱਤਾ। ਉਹ ਸਮਾਂ ਲਿਖ ਦਿੱਤਾ, ਕਿਹੜਾ ਸਮਾਂ ਹੈ, ਕਦੋਂ ਹੋਣਾ ਹੈ, ਕਿੰਨੇ ਵੱਜ ਕੇ ਕਿੰਨੇ ਮਿੰਟ 'ਤੇ ਕਿਹੜੀ ਤਰੀਕ ਹੈ, ਕਿਹੜਾ ਦਿਨ ਹੈ, ਉਹ ਇਕੱਠੀਆਂ ਕਰਕੇ ਲਿਖ ਦਿੱਤੀਆਂ। ਨਾਲੇ ਲਿਖ ਦਿੱਤੀ ਉਹ ਜਗ੍ਹਾ ਕਿ ਮੌਤ ਹੋਣੀ ਕਿੱਥੇ ਹੈ। ਸਾਧ ਸੰਗਤ, ਜਦੋਂ ਇਹ ਤਿੰਨੇ ਚੀਜ਼ਾਂ ਇਕੱਠੀਆਂ ਹੁੰਦੀਆਂ ਨੇ, ਇੱਕ ਸਮਾਂ, ਇੱਕ ਕਾਰਨ, ਇੱਕ ਉਹ ਜਗ੍ਹਾ, ਜਦੋਂ ਇਕੱਠੀਆਂ ਹੋ ਜਾਂਦੀਆਂ ਨੇ, ਇਨਸਾਨ ਦੀ ਮੌਤ ਹੋ ਜਾਂਦੀ ਹੈ। ਹੁਣ ਅਕਾਲ ਪੁਰਖ ਮਹਾਰਾਜ ਨੇ ਮੌਤ ਤਾਂ ਲਿਖ ਦਿੱਤੀ, ਪਰ ਇਹ ਨਹੀਂ ਪਤਾ ਲਿਖਿਆ ਲਿਖੀ ਕਿਹੜੇ ਹਿਸਾਬ ਦੇ ਨਾਲ ਹੈ। ਜੀ ਕਰਦਾ ਬੰਦਿਆਂ ਨੂੰ, ਬੱਚਿਆਂ ਨੂੰ ਲੈ ਜਾਂਦਾ, ਛੋਟਿਆਂ ਨੂੰ। ਉਹਦਾ ਜੀ ਕਰਦਾ ਬਜ਼ੁਰਗਾਂ ਨੂੰ ਲੈ ਜਾਂਦਾ ਹੈ। ਕਈ ਵਾਰੀ ਜੀ ਕਰਦਾ ਉਹਦਾ ਜਵਾਨੀ ਵਿੱਚ ਲੈ ਜਾਂਦਾ ਹੈ। ਕਈ ਵਾਰੀ ਘਰ ਦੇ ਵਿੱਚ 100 ਸਾਲ ਦੇ ਬਜ਼ੁਰਗ ਬੈਠੇ ਹੁੰਦੇ ਨੇ, ਉਹਨਾਂ ਦੇ ਵਿੱਚੋਂ ਬੱਚਿਆਂ ਨੂੰ ਲੈ ਜਾਂਦਾ ਉਠਾ ਕੇ। ਸਾਧ ਸੰਗਤ ਉਹਦੇ ਘਰ ਦਾ ਕਾਨੂੰਨ ਹੈ, ਲਾਏ। ਪਰ ਅਜੇ ਤੱਕ ਦੁਨੀਆ ਦਾ ਕੋਈ ਵੀ ਬੰਦਾ ਇਸ ਕਾਨੂੰਨ ਨੂੰ ਲੱਭ ਨਹੀਂ ਸਕਿਆ ਜੋ ਮਹਾਰਾਜ ਜੀ ਨੇ ਕੀ ਕਹਿਣਾ ਕੀਤਾ ਕਿ ਰਾਣਾ ਰਾਓ ਨਾ ਕੋ ਰਹਿ ਰੰਗ ਨਾ ਤੁੰਗ ਫਕੀਰ, ਬਾਰੀ ਆਪੋ ਆਪਣੀ ਕੋਈ ਨਾ ਬੰਦੇ ਧੀਰ। ਬਾਰੀ ਆਪੋ ਆਪਣੀ ਬਾਰੀ ਲਿਖਿਆ ਨਾ ਮਹਾਰਾਜ ਜੀ ਨੇ, ਪਰ ਹੁਣ ਬਾਰੀ ਦਾ ਨਹੀਂ ਪਤਾ ਲੱਗਿਆ ਵੀ ਪਹਿਲਾਂ ਬੱਚਿਆਂ ਦੀ ਲਾਈ ਹੈ ਕਿ ਜਵਾਨਾਂ ਦੀ ਲਾਈ ਹੈ ਕਿ ਬਜ਼ੁਰਗਾਂ ਦੀ ਲਾਈ ਹੈ। ਜਿਹੜਾ ਜੀ ਕਰਦਾ ਉਹਨੂੰ ਲੈ ਜਾਂਦਾ। ਇਹ ਉਹਦੇ ਘਰ ਦਾ ਕਾਨੂੰਨ। ਆਪਾਂ ਇਹ ਵਾਰੀਆਂ ਤਾਂ ਲਾਉਣ ਵਾਲਾ ਹੀ ਜਾਣਦਾ। ਸਤ ਸੰਗਤ, ਜਿਹੜੇ ਪ੍ਰਮਾਤਮਾ ਨੇ ਵਾਰੀ ਲਾਈ ਹੈ। ਸਾਡੇ ਵਿੱਚ ਵੱਡੇ ਵੱਡੇ ਰਾਜੇ, ਮਹਾਰਾਜੇ, ਮਹਾਂਪੁਰਸ਼, ਬ੍ਰਹਮ ਗਿਆਨੀ, ਇੱਥੇ ਦੁਨੀਆ 'ਤੇ ਅਵਤਾਰ ਕਹਾਉਣ ਵਾਲੇ, ਉਹ ਸਾਰੇ ਚਲੇ ਗਏ ਨੇ। ਉਹ ਸਾਰੇ ਚਲੇ ਗਏ ਇਸ ਦੁਨੀਆ ਤੋਂ। ਸਤ ਸੰਗਤ, ਕੋਈ ਨਹੀਂ ਰਿਹਾ। ਮਹਾਰਾਜ ਜੀ ਕਹਿੰਦੇ, ਰਾਮ ਗਿਓ ਰਾਵਣ ਗਿਓ, ਜਾਂ ਕੋ ਬਹੁ ਪਰਿਵਾਰ, ਕਹੋ ਨਾਨਕ ਥਿਰ ਕਿਛ ਨਹੀਂ, ਸੁਪਨੇ ਜਿਉਂ ਸੰਸਾਰ। ਅਸੀਂ ਕਿਹਦੇ ਵਿਚਾਰੇ ਹਾਂ। ਤ੍ਰੇਤੇ ਯੁੱਗ ਦੇ ਅਵਤਾਰ ਕਹਾਉਣ ਵਾਲੇ ਰਾਮ, ਉਹ ਵੀ ਚਲੇ ਗਏ ਅਵਤਾਰ ਕਹਾਉਣ ਵਾਲੇ। ਰਾਵਣ ਗਿਓ, ਉਹ ਰਾਖਸ਼ ਬੁੱਧੀ ਵਾਲੇ ਲੋਕ ਵੀ ਚਲੇ ਗਏ।
ਸਾਧ ਸੰਗਤ ਕੌਣ ਰਿਹਾ ਇੱਥੇ ਦੁਨੀਆ ਤੇ? ਕਿਸੇ ਨੇ ਨਹੀਂ ਰਹਿਣਾ। ਕਹੋ ਨਾਨਕ ਥਿਰ ਕਿਸ ਨਹੀਂ। ਥਿਰ ਦਾ ਮਤਲਬ ਹੁੰਦਾ ਟਿੱਕੇ ਨਹੀਂ ਰਹਿਣਾ ਇਸ ਦੁਨੀਆ ਤੇ। ਜੋ ਆਇਆ ਸੋ ਚੱਲ ਸੀ, ਸਭ ਨੇ ਚਲੇ ਜਾਣਾ, ਰਹਿਣਾ ਨਹੀਂ। ਸਾਧ ਸੰਗਤ ਇਹ ਦੁਨੀਆ ਜਗਤ ਸਮੇਲਾ ਹੈ। ਬਸ ਮਹਾਰਾਜ ਜੀ ਕਹਿੰਦੇ ਬਾਲ ਜਵਾਨੀ ਔਰ ਬੁਰਧ ਪੁਣ ਤਿੰਨ ਅਵਸਥਾ ਜਾਣ। ਇਹ ਤਿੰਨੇ ਅਵਸਥਾ ਨੇ, ਬਾਲ ਹੈ, ਜਵਾਨੀ ਹੈ, ਬੁਰਧ ਹੈ, ਪੁਣ ਹੈ। ਇਹਨਾਂ ਵਿੱਚ ਜਦੋਂ ਮਰਜੀ ਮੌਤ ਝਪਟ ਮਾਰ ਸਕਦੀ ਹੈ। ਆਓ ਸਾਧ ਸੰਗਤਾਂ ਧਰ ਨਾ ਪੜੀਏ, ਫਿਰ ਉਸ ਤੋਂ ਬਾਅਦ ਕੋਈ ਗੁਰ ਇਤਿਹਾਸ ਗੁਰਸਾਖੀ ਦੇ ਨਾਲ ਜੁੜਨਾ ਕਰਾਂਗੇ। ਮੈਂ ਫੇਰ ਬੇਨਤੀ ਕਰ ਦੇਵਾਂ, ਜਿਹੜੀਆਂ ਸੰਗਤਾਂ ਨੇ ਪ੍ਰਸ਼ਾਦਾ ਛਕ ਲਿਆ ਉਹ ਸੰਗਤਾਂ ਗੁਰੂ ਦਰਬਾਰ 'ਚ ਆ ਜਾਣ। ਜਿਨ੍ਹਾਂ ਨੇ ਭਾਈ ਲੰਗਰ ਪਾਣੀ ਨਹੀਂ ਛਕਿਆ ਉਹ ਲੰਗਰ ਪਾਣੀ ਛਕ ਲੈਣ। ਉਸ ਤੋਂ ਉਪਰੰਤ ਫਿਰ ਗੁਰੂ ਚਰਨਾਂ ਦੇ ਵਿੱਚ ਪਹੁੰਚ ਜਾਣ। ਉਹ ਧਨ ਜੋਬਨ ਫੁੱਲਾਂ ਦੀਆਂ ਬਾੜੀਆਂ, ਖਿੜੀਆਂ ਨੀ ਸਦਾ ਰਹਿਣੀਆਂ। ਜੋਬਨ ਫੁੱਲਾਂ ਦੀਆਂ ਬਾੜੀਆਂ, ਖਿੜੀਆਂ ਨੀ ਸਦਾ ਰਹਿਣੀਆਂ। ਸਦਾ ਰਹਿਣੀਆਂ। ਤਨ ਜੋਬਨ ਫੁੱਲਾਂ ਦੀਆਂ ਵਾੜੀਆਂ, ਖਿੜੀਆਂ ਨੀ ਸਦਾ ਰਹਿਣੀਆਂ। ਖਿੜੀਆਂ ਨਾ ਜੀ ਸਦਾ ਰਹਿਣੀਆਂ, ਖਿੜੀਆਂ ਨਾ ਜੀ ਸਦਾ ਰਹਿਣੀਆਂ। ਸਦਾ ਰਹਿਣੀਆਂ। ਤਨ ਜੋਬਨ ਫੁੱਲਾਂ ਦੀਆਂ ਵਾੜੀਆਂ, ਖਿੜੀਆਂ ਨੀ ਸਦਾ ਰਹਿਣੀਆਂ।
ਧਨ ਜੋਵਨ ਅਰ ਫੁੱਲੜਾ ਨਾਠੀ ਅੜੇ ਦਿਨ ਚਾਰ। ਇਹ 4 ਦਿਨ ਦੀ ਉਹ ਖੇਡ ਹੈ। ਜੇ ਜ਼ਿਆਦਾ ਧਨ ਆ ਗਿਆ ਉਹ ਜ਼ਿਆਦਾ ਚਿਰ ਨਹੀਂ ਟਿਕਦਾ, ਥੋੜਾ ਚਿਰ ਦੀ ਉਹ ਖੇਡ ਹੁੰਦੀ ਆ। ਜੋਵਨ ਆ ਜਵਾਨੀ ਹੈ, ਇਹ ਜ਼ਿਆਦਾ ਚਿਰ ਨਹੀਂ ਟਿਕਦੀ ਹੈਗੀ, ਬੁਢਾਪਾ ਆ ਲੱਭਦਾ ਹੈ। ਸਾਧ ਸੰਗਤ ਬਚਪਨ ਨੂੰ ਜਵਾਨੀ ਖਾ ਜਾਂਦੀ ਹੈ ਅਤੇ ਜਵਾਨੀ ਨੂੰ ਬੁਢਾਪਾ, ਫਿਰ ਬੁਢਾਪੇ ਨੂੰ ਮੌਤ ਖਾ ਜਾਂਦੀ ਹੈ। ਸਾਧ ਸੰਗਤ ਮਹਾਰਾਜ ਜੀ ਕਹਿੰਦੇ ਭਾਈ ਜੋਬਨ ਫੁੱਲਾਂ ਦੀਆਂ ਵਾੜੀਆਂ, ਉਹ ਤੇਰਾ ਨਾ ਜੋਬਨ ਨਾ ਤੇਰੇ ਤੇ ਜਵਾਨੀ ਸਦਾ ਰਹਿਣੀ ਆ। ਮਹਾਰਾਜ ਜੀ ਕਹਿੰਦੇ ਜਿਹੜੇ ਫੁੱਲ ਖਿੜਦੇ ਨੇ ਉਹ ਹਮੇਸ਼ਾ ਨਹੀਂ ਖਿੜੇ ਰਹਿੰਦੇ, ਇੱਕ ਦਿਨ ਪੱਤਝੜ ਵੀ ਆ ਜਾਂਦੀ ਹੈ, ਇੱਕ ਦਿਨ ਪੱਤਝੜ ਆ ਜਾਂਦੀ ਹੈ। ਦਰਖਤਾਂ ਦੇ ਪੱਤੇ ਵੀ ਟੁੱਟ ਜਾਂਦੇ ਨੇ, ਦੁਬਾਰਾ ਝੜ ਕੇ ਦੁਬਾਰਾ ਫਿਰ ਆ ਜਾਂਦੇ ਨੇ। ਕੋਈ ਪੱਤਝੜ ਆਈ, ਪੱਤਾ ਦਰਖਤ ਦਾ ਨਾਲ ਟੁੱਟਿਆ, ਟੁੱਟ ਕੇ ਥੱਲੇ ਡਿੱਗ ਗਿਆ। ਸਾਧ ਸੰਗਤ ਜਿੱਥੋਂ ਪੱਤਾ ਟੁੱਟਿਆ ਉੱਥੋਂ ਪਾਣੀ ਸਿੰਮਿਆ ਉਹਦੇ ਵਿੱਚੋਂ। ਕੋਈ ਫਲਾਸਫਰ ਬੈਠਾ ਦੇਖਦਾ ਹੈ, ਉਹਨੇ ਦੇਖੀ, ਉਹਨੇ ਬੜੀ ਕਾਢ ਕੱਢੀ, ਕਹਿੰਦਾ ਕਮਾਲ ਦੀ ਗੱਲ ਆ, ਦਰਖਤ ਦੇ ਨਾਲੋਂ ਸੁੱਕਿਆ ਪੱਤਾ ਟੁੱਟਿਆ, ਪਾਣੀ ਫੇਰ ਸਿੰਮਿਆ। ਸਾਧ ਸੰਗਤ ਜਦੋਂ ਫਿਰ ਸਾਡੇ ਪਰਿਵਾਰ ਦਾ ਕੋਈ ਜੀ ਸਾਡੇ ਨਾਲੋਂ ਜਾਂਦਾ ਨਾ, ਫਿਰ ਅੱਖਾਂ 'ਚੋਂ ਪਾਣੀ ਤਾਂ ਵਹਿੰਦਾ ਹੀ ਹੈ, ਵਹਿੰਦਾ ਨਾ ਅੱਖਾਂ 'ਚੋਂ ਪਾਣੀ, ਆਟੋਮੈਟਿਕ ਨਿਕਲਦਾ ਪਾਣੀ। ਕਿਉਂ? ਸਾਡੇ ਮੋਹ ਦੀਆਂ ਤੰਦਾਂ ਹੀ ਇੰਨੀਆਂ ਪਈਆਂ ਨੇ ਸਾਡੀਆਂ। ਸਾਧ ਸੰਗਤ ਅੱਖਾਂ 'ਚੋਂ ਪਾਣੀ ਆ ਜਾਂਦਾ ਹੈ। ਉਹ ਪੱਤਾ ਟੁੱਟ ਕੇ ਥੱਲੇ ਡਿੱਗਿਆ, ਉਹਦੀ ਜਗ੍ਹਾ ਤੇ ਨਵੀਆਂ ਕੁਰੰਬਲਾਂ ਨਿਕਲ ਆਈਆਂ। ਹੁਣ ਉਹ ਥੱਲੇ ਪਿਆ ਪੱਤਾ, ਕਹਿੰਦਾ ਉੱਪਰ ਵਾਲੇ ਪੱਤੇ ਨੂੰ, ਜਿਹੜਾ ਨਵੀਂ ਕੁਰੰਬਲ ਨਿਕਲੀ ਆ, ਉਹਨੂੰ ਕਹਿੰਦਾ ਮਿੱਤਰਾ, ਕਿਸੇ ਦਿਨ ਜਿਸ ਤਰ੍ਹਾਂ ਅੱਜ ਤੂੰ ਪੈਦਾ ਹੋਇਆ, ਇੱਕ ਦਿਨ ਮੈਂ ਵੀ ਇਸੇ ਤਰ੍ਹਾਂ ਟਾਹਣੀ ਦੇ ਵਿੱਚੋਂ ਹੀ ਪੈਦਾ ਹੋਇਆ ਸੀ। ਮੈਂ ਵੀ ਨਵਾਂ ਰੰਗ ਲੈ ਕੇ ਉਤਰਿਆ ਸੀ। ਜਦੋਂ ਪੈਦਾ ਹੋਇਆ ਉਦੋਂ ਮੇਰਾ ਲਾਲ ਗੁਲਾਬੀ ਰੰਗ ਸੀ। ਜਿਉਂ-ਜਿਉਂ ਕਹਿੰਦਾ ਮੈਂ ਵੱਡਾ ਹੁੰਦਾ ਗਿਆ, ਮੇਰਾ ਰੰਗ ਹਰਾ ਹੁੰਦਾ ਗਿਆ। ਫਿਰ ਮੇਰੀ ਜਵਾਨੀ ਢਲ ਗਈ, ਫਿਰ ਕਹਿੰਦਾ ਮੇਰਾ ਰੰਗ ਪੀਲਾ ਪੈਣ ਲੱਗ ਪਿਆ। ਜਿੱਦਣ ਪੂਰਾ ਪੀਲਾ ਹੋ ਗਿਆ, ਫਿਰ ਉਦਣ ਚੜ ਗਿਆ। ਇਹ ਜਿਹੜੀ ਜਗ੍ਹਾ ਤੇ ਤੂੰ ਫੁੱਟਿਆ ਨਾ, ਤੂੰ ਆਇਆ, ਇੱਕ ਦਿਨ ਇਸ ਜਗ੍ਹਾ ਤੇ ਮੈਂ ਵੀ ਸੀ। ਮੈਂ ਵੀ ਇਸ ਜਗ੍ਹਾ ਤੇ ਟਾਹਣੀ ਦੇ ਨਾਲ ਲੱਗ ਕੇ ਝੂਲਦਾ ਹੁੰਦਾ ਸੀ। ਮੇਰੇ ਵਿੱਚ ਵੀ ਬੜਾ ਮਾਣ ਸੀ, ਸਾਡੇ ਵਿੱਚ ਵੀ ਬੜਾ ਮਾਣ ਹੈ ਜਵਾਨੀ ਦਾ। ਸਾਧ ਸੰਗਤ ਪਰ ਮਹਾਰਾਜ ਜੀ ਕਹਿੰਦੇ ਯਾਦ ਕਰ, ਤੂੰ ਯਾਦ ਕਰ, ਤੇਰੇ ਕੌਣ ਪਿੱਛੇ, ਤੇਰੇ ਦਾਦੇ ਤੇਰੇ ਪੜਦਾਦੇ ਉਹ ਦੁਨੀਆ ਤੇ ਆਏ, ਉਹ ਵੀ ਚਲੇ ਗਏ। ਉਹਨਾਂ ਤੇ ਵੀ ਜਵਾਨੀ ਆਈ ਹੋਣੀ ਆ, ਬਚਪਨ ਵੀ ਆਇਆ ਹੋਣਾ, ਬੁਢਾਪਾ ਵੀ ਆਇਆ ਹੋਣਾ, ਉਹ ਵੀ ਚਲੇ ਗਏ ਇੱਕ ਦਿਨ, ਉਹ ਵੀ ਨਹੀਂ ਰਹੇ। ਫਰੀਦਾ ਕਿੱਥੇ ਤੈਂਡੇ ਮਾਪੇ ਆ, ਜਿੰਨੀ ਤੂੰ ਜਣਿਓ ਹੈ। ਜਿਹੜੇ ਤੇਰੇ ਮਾਂ ਬਾਪਾਂ ਨੇ ਤੈਨੂੰ ਪੈਦਾ ਕੀਤਾ, ਜਣਿਆ ਤੈਨੂੰ ਪੈਦਾ ਕੀਤਾ, ਉਹ ਕਿੱਥੇ ਨੇ ਅੱਜ? ਉਹ ਪਾਤਸ਼ਾਹ ਉਹ ਲੱਦ ਗਏ, ਉਹ ਵੀ ਤੁਰ ਗਏ ਇਸ ਦੁਨੀਆ ਤੋਂ, ਛੱਡ ਕੇ ਸੰਸਾਰ ਨੂੰ। ਤੂੰ ਅਜੇ ਨਾ ਪਤੀਣੇ ਹੋਏ, ਤੈਨੂੰ ਅਜੇ ਵੀ ਸਮਝ ਨਹੀਂ ਆਈ, ਤੈਨੂੰ ਸਮਝ ਨਹੀਂ ਆਈ। ਮੇਰਾ ਬਾਪ ਨਹੀਂ ਰਿਹਾ, ਮੇਰਾ ਦਾਦਾ ਨਹੀਂ ਰਿਹਾ, ਪੜਦਾਦਾ ਨਹੀਂ ਰਿਹਾ, ਉਹ ਮੈਂ ਕਿਹੜਾ ਇੱਕ ਦਿਨ ਇੱਥੇ ਰਹਿਣਾ ਹੈ। ਯਾਦ ਕਰ ਉਹ ਮਾਂ ਬਾਪ ਜਿਨ੍ਹਾਂ ਦੀਆਂ ਬੁੱਕਲਾਂ ਦੇ ਵਿੱਚ ਬੈਠ ਕੇ ਖੇਡਦਾ ਹੁੰਦਾ ਸੀ, ਜਿਹੜੇ ਮਾਂ ਬਾਪਾਂ ਦੀਆਂ ਉਂਗਲੀਆਂ ਫੜ ਕੇ ਤੁਰਨਾ ਸਿੱਖਿਆ, ਅੱਜ ਉਹ ਕਿੱਥੇ ਗਏ? ਫਰੀਦਾ ਕਿੱਥੇ ਤੈਂਡੇ ਮਾਪਿਆਂ, ਕਿੱਥੇ ਨੇ ਉਹ ਮਾਂ ਬਾਪ ਦਾਦੇ ਪੜਦਾਦੇ ਤੇਰੇ? ਹੋ ਕਿੱਥੇ ਗਏ ਤੇਰੇ ਮਾਪੇ, ਜਿਹੜੇ ਲਾਡ ਲਡਾਉਂਦੇ ਸੀ? ਕਿੱਥੇ ਗਏ ਤੇਰੇ ਮਾਪੇ, ਲਾਡ ਲਡਾਉਂਦੇ ਸੀ? ਕਿੱਥੇ ਗਏ ਤੇਰੇ ਮਾਪੇ, ਜਿਹੜੇ ਲਾਹ ਢੋਲ ਗਾਉਂਦੇ ਸੀ? ਕਿੱਥੇ ਗਏ ਤੇਰੇ ਮਾਪੇ, ਜਿਹੜੇ ਲਾਹ ਢੋਲ ਗਾਉਂਦੇ ਸੀ? ਤੇਰੇ ਮਾਪੇ ਜਿਹੜੇ ਲਾਹ ਢੋਲ ਗਾਉਂਦੇ ਸੀ? ਕਿੱਥੇ ਗਏ ਤੇਰੇ ਮਾਪੇ,
कित्थे तेंडे मापिया, वो तेरे माँ बाप चले गए, एक दिन आपा भी चले जाने। ये तो महाराज ने कानून बनाया, शुरुआत की है मैं। महाराज जी कहते ने जो आया सो चल सी, सब कोई आई बारी है। जी अज माँ बाप गए, कलू आपा भी जाना, फिर कोई चंगा कर्म कर लिए ना, दुनिया ते आए। साध संग जेड़ा माँ बाप का रोल है ना बंदे की जिंदगी च, होर कोई बड़ा रोल नहीं। एक दिन इसी तरह मरगत के भोग ते बैठे सी, कीर्तन करन लगे, कोई ऐसी गल कही गई कि जेड़े सज्जन बैठे सी, मेरियां भैणां मेरे वीर, उस सारियां दी अखां 'च पानी आ गया। कोई ऐसी गल कही गई, कुदरती महाराज दे उहदे नाल बोली गई, अखां 'च पानी आ गया। क्यों? नौजवान मौत सी। बाद एक सज्जन आया, मैनू कहना बाबा जी अज तो नंदे नहीं आया कीर्तन का। मां जी की हो गया? कहना तुसीं तां इहियां गल्लां करके लोकां नूं कहंदे रवाई गए, इत्थे रवाउणा थोड़ो हुंदा है। मैं उन्होंने कहना कीता, मैं सज्जना एक गल दस के जाई, एक नौजवान मौत ते आए आप इत्थे रोना नहीं निकलूगा, होर आप इत्थे हस्सण आए हैं। ये समा किहड़ा है? कोई कविता पढ़नी है, कोई कीर्तन करना है, कोई कथा करनी है, ये रस ने अलग अलग। जो जिहा समा हुंदा उहे जे रस दे विच कीर्तन हुंदा है, कथा हुंदी है, कविता पढ़ी जाती है उसे रस की। जे जोधियां वाली गल है, शहीदां वाली गल है, फिर उत्थे वीर रस पढ़िया जाता है। जे ब्याह शादी का काम है, भैन के आनंद कारज उत्थे करना रस पढ़ लैने कई बार। जे कोई साडे दुनिया में चल गया, फिर उत्थे बराग रस पढ़िया जाता, बराग दीयां गल्लां हुंदियां ने उत्थे। इत्थे आपां आए हैं हसन वास्ते तो नहीं आया, मैं गल्लां करी जावां, साम की कोशिश करा, सारे सितर मारन गई। समा कैसा है? मरगत का, मौत का है। नौजवान भैन 50 साल की उम्र, भैन राणी की किड्डी की उम्र है 50 साल की, 49 साल की उम्र है सारी, 1 साल घट है जी, कोई ज़्यादा नहीं। साध संगत जदों मां तुरदी है दुनिया दे विचों, दुनिया छड्ड के चली जाती है, भावें कोई पत्थर दिल होवे, पत्थर दिल धी पुत्र मां तो जुदा रहिंदा होवे, जिन्ना मर्जी माया च गुलतान होवे, भावें गरीब होवे, जदों मां तुरदी अखां चों पानी हर एक दे आउंदा है। धी पुत्र बैठा हुंदा लग होया, मां नूं कह दिंदा बोल कबोल कई बारी गुस्से च, मां जिद्दण तूं मर गई मैं तेरे मरी ते भी नहीं आउणा। पर जद मां मरदी है ना, फिर उहदे बचपन दीयां गल्लां याद आउंदियां ने, अज वालियां नहीं। मेरी मां ने मैनूं किवें उंगली फड़ के तोरिया सी, मेरी मां ने मैनूं किवें पालिया सी, वो याद आउंदियां ने। साध संगत आपां मैं तुहाडे नाल कुछ इतिहास की गल शुरू कर लैना, थोड़ी जी मितिहास भी रख लैना नाल। साध संगत जिस तरह सरवण कुमार होए है, सरवण कुमार के किस्से सुनते रहे हैं, बजुर्ग सुनते रहे ने, कहानियां सुनते रहे हैं ओदियां। कई बार डर लगता है, इत्थे विद्वान बहुत बैठे ने विच, मेरे सत्कारयोग बड़े वीर भगवान सिंह जी प्रिंसीपल साहब वर्गे विद्वान विच बैठे ने। भावें मेरा मित्र है, मैं दिलों प्यार करदा है। साध संगत सरवण कुमार दी माँ बाप सी जेड़े बड़े अमीर सी। मैं आ थोड़े दिन पहला मदर डे लंघ के गया, उहदे उत्ते ना साडे देश का महान ढाडी साध संगत जी, मैं पार साहब, उन्होंने पार साहब ने मुलाकात पाई मदर डे के उत्ते, माँ के उत्ते कुछ गल्लां बोल के मैं उन्होंने सुनिया। करनैल सिंह जी पारस जो कि बड़ा कलाकार आ, हरभजन मान उहदे उस्ताद, माँ बापां दे माँ तां समझदे। वो पार साहब की मैं सुनी गल, उन्होंने गल सुनाई, वो कहंदा बड़े अमीर सी माँ बाप सरवण कुमार दे, बड़ी माया सी, बड़ी जायदाद सी, पर घर दे विच पुत्र नहीं सी उन्हां दे। एक दिन
नगर विच कोई साधु आया, नाम जपण वाली रूह जिहड़ी वो परमात्मा दे नाल मेल करा दिंदियां ने, जिहड़ियां वो रूह आई, अज वालियां वर्गा नहीं, पखंडी नहीं, जो रब दे नाल मिली हुई रूह। वो साधु आया, ਉਹਦੇ ਚਰਨਾਂ 'ਚ ਬੇਨਤੀ ਕੀਤੀ ਸੀ, ਸਰਬਣ ਕੁਮਾਰ ਦੇ ਮਾਂ ਬਾਪ ਨੇ ਸਾਡੇ ਘਰ ਦੇ ਵਿੱਚ ਔਲਾਦ ਨਹੀਂ, ਕਿਰਪਾ ਕਰ ਦਿਓ, ਕੋਈ ਧੀ ਪੁੱਤਰ ਦੀ ਦਾਤ ਬਖਸ਼ ਦਿਓ। ਉਸ ਸਾਧੂ ਨੇ ਕਹਿਣਾ ਕੀਤਾ ਸੀ, ਕਹਿੰਦਾ ਮੇਰੇ ਨਾਲ ਸੌਦਾ ਕਰ ਲਓ। ਸੌਦਾ? ਉਹ ਕਹਿੰਦੇ ਕੀ ਸੌਦਾ? ਕਹਿੰਦਾ ਤੁਹਾਡੇ ਘਰ ਵਿੱਚ ਪੁੱਤਰ ਪੈਦਾ ਹੋ ਜੂ, ਜਿੱਦਣ ਪੁੱਤਰ ਪੈਦਾ ਹੋ ਗਿਆ ਤੁਹਾਡੀ ਦੋਹਾਂ ਦੀ ਮੌਤ ਹੋ ਜੂ। ਮਾਂ ਕਹਿੰਦੀ ਮੈਨੂੰ ਮਨਜ਼ੂਰ ਨਹੀਂ, ਮਾਂ ਕਹਿੰਦੀ ਮੈਨੂੰ ਮਨਜ਼ੂਰ ਨਹੀਂ, ਮੇਰੇ ਘਰ 'ਚ ਪੁੱਤਰ ਪੈਦਾ ਹੋਵੇ ਮੈਂ ਮਰ ਜਾਵਾਂ, ਮੈਨੂੰ ਮਨਜ਼ੂਰ ਨਹੀਂ। ਮੈਨੂੰ ਮਨਜ਼ੂਰ ਹੈ ਜੇ ਮੇਰੇ ਘਰ ਦੇ ਵਿੱਚ ਧੀ ਪੁੱਤਰ ਹੋਵੇ, ਮੈਂ ਉਹਦੇ ਮੂੰਹ ਦੇ ਵਿੱਚੋਂ ਮਾਂ ਦਾ ਲਫ਼ਜ਼ ਸੁਣਨਾ ਚਾਹੁੰਦੀ ਹਾਂ। ਮਾਂ ਮੈਨੂੰ ਇੱਕ ਵਾਰੀ ਮਾਂ ਕਹੇ, ਫਿਰ ਮੇਰੀ ਭਾਵੇਂ ਮੌਤ ਹੋ ਜਾਵੇ। ਸਾਧੂ ਕਹਿੰਦਾ ਜੀ ਫਿਰ ਮੌਤ ਨਹੀਂ ਚਾਹੁੰਦੀ, ਫਿਰ ਇਸ ਤਰ੍ਹਾਂ ਹੈ, ਜਦੋਂ ਤੁਹਾਡੇ ਘਰ ਦੇ ਵਿੱਚ ਪੁੱਤਰ ਪੈਦਾ ਹੋਊ ਤੁਸੀਂ ਉਹਦਾ ਮੁੱਖ ਨਹੀਂ ਦੇਖ ਸਕਦੇ, ਅੱਖਾਂ ਤੋਂ ਅੰਨੇ ਹੋ ਜਾਏਗੇ। ਉਹ ਕਹਿੰਦੀ ਮਨਜ਼ੂਰ ਹੈ, ਮੈਂ ਮੇਰੇ ਪੁੱਤਰ ਦੇ ਮੁੱਖ ਦੇ ਵਿੱਚੋਂ ਮਾਂ ਸੁਣਨੀ ਚਾਹੁੰਦੀ ਹੈ, ਮੈਨੂੰ ਮਾਂ ਕਹੇ। ਅੰਨੀ ਹੋ ਜਾਵਾਂ, ਪੁੱਤ ਦਾ ਪੁੱਤਰ ਦਾ ਮੁੱਖ ਦਿਖੇ ਨਾ ਦਿਸੇ। ਸਾਧ ਸੰਗਤ, ਫਿਰ ਘਰ ਦੇ ਵਿੱਚ ਸਰਬਣ ਕੁਮਾਰ ਪੈਦਾ ਹੋਇਆ, ਮਾਂ ਬਾਪ ਅੱਖਾਂ ਤੋਂ ਅੰਨੇ ਹੋ ਗਏ ਦੋਏ ਜਾਣੇ। ਇੱਕ ਦਿਨ ਕਿਸੇ ਨੇ ਕਹਿਣਾ ਕੀਤਾ ਸਰਬਣ ਕੁਮਾਰ ਦੀ ਮਾਂ ਨੂੰ ਆ ਕੇ, ਕਹਿੰਦਾ ਉਹ ਸਾਧੂ ਜਿਹਨੇ ਤੈਨੂੰ ਪੁੱਤਰ ਦਾ ਵਰ ਦਿੱਤਾ ਸੀ, ਤੇਰੇ ਘਰੇ ਸਰਬਣ ਪੈਦਾ ਹੋਇਆ, ਅੱਜ ਉਹ ਸਾਧੂ ਆਪਣੇ ਨਗਰ 'ਚ ਆਇਆ। ਮਾਂ ਦਾ ਹਿਰਦਾ ਦੇਖੋ ਕਿੱਡਾ ਵੱਡਾ ਹੈ, ਅੱਖਾਂ ਤੋਂ ਜਹਾਨ ਦੇਖਣ ਤੋਂ ਵਾਂਝੀ ਹੋ ਗਈ, ਪਰ ਪੁੱਤਰ ਨੂੰ ਦੁਨੀਆ ਦਿਖਾ ਦਿੱਤੀ। ਇਹ ਮਾਂ ਹੈ। ਇਸੇ ਕਰਕੇ ਕਵੀ ਕਹਿੰਦਾ ਹੈ, ਮਾਂ ਜਿਹਾਂ ਕਣਸਾਵਾ ਬੂਟਾ ਮੈਨੂੰ ਨਜ਼ਰ ਨਾ ਆਏ। ਜਿਸ ਤੋਂ ਲੈ ਕੇ ਛਾਂ ਉਧਾਰੀ ਰੱਬ ਨੇ ਸਵਰਗ ਬਣਾਏ। ਉਹ ਕਹਿੰਦਾ ਮੈਨੂੰ ਲੱਗਦਾ ਜਦੋਂ ਰੱਬ ਨੇ ਸਵਰਗ ਬਣਾਏ ਨੇ, ਉਹ ਵੀ ਮਾਂ ਦੇ ਚਰਨਾਂ ਦੇ ਵਿੱਚ, ਮਾਂ ਦੇ ਚਰਨਾਂ ਦਾ ਨਿੱਘ ਮਾਣ ਕੇ ਦੇਖਿਆ ਹੋਣਾ ਵੀ ਕਿੰਨਾ ਕੁ ਨਿੱਘ ਹੈ ਇਹਦੇ 'ਚ, ਕਿੰਨਾ ਕੁ ਛਾਂ ਠੰਡੀ ਹੈ, ਫਿਰ ਸਵਰਗ ਬਣਾਏ ਹੋਣੇ ਨੇ। ਆਹ ਦੁਨੀਆ ਦੇ ਕੁੱਲ ਬੂਟੇ ਜੜ ਸੁੱਕਿਆਂ ਕਮਲਾਏ, ਪਰ ਇਹ ਮਾਂ ਦਾ ਐਸਾ ਬੂਟਾ ਫਲ ਫੁੱਲ ਸੁੱਕਿਆਂ ਮੁਰਝਾਏ। ਦੁਨੀਆ ਦੇ ਬੂਟਿਆਂ ਦੀ ਜੜ ਕੱਟੀ ਜਾਵੇ, ਜੜ ਟੁੱਟ ਗਈ, ਬੂਟਾ ਮੁਰਝਾ ਜਾਂਦਾ ਹੈ, ਪਰ ਮਾਂ ਦਾ ਬੂਟਾ ਐਸਾ ਹੈ, ਜੇ ਉਹਦੇ ਧੀਆਂ ਪੁੱਤਰਾਂ ਨੂੰ, ਪੁੱਤਰ ਪੋਤਰੇ ਦੋਤਿਆਂ ਨੂੰ ਕੋਈ ਤਕਲੀਫ ਹੋ ਜਾਵੇ ਨਾ, ਮਾਂ ਦਾ ਚਿਹਰਾ ਜਿਹੜਾ ਉਹ ਕਮਲਾ ਜਾਂਦਾ, ਨਾਲ ਦੀ ਨਾਲ ਮਾਂ ਦੇ ਹਿਰਦੇ ਨੂੰ ਠੇਸ ਪਹੁੰਚਦੀ ਹੈ। ਇਹ ਮਾਂ, ਇਹਨੂੰ ਮਾਂ ਕਹਿੰਦੇ ਨੇ। ਕੋਈ ਸਕੂਲ ਦੇ ਵਿੱਚ ਟੀਚਰ ਆਈ, ਬੱਚਿਆਂ ਨੂੰ ਉਂਗਲੀ ਨਾਲ ਇਸ਼ਾਰਾ ਕਰਕੇ ਕਹਿੰਦੀ ਆ, ਮੈਂ ਤੁਹਾਨੂੰ ਕੱਲ ਸਬਕ ਦਿੱਤਾ ਸੀ ਵੀ ਜਿਹੜੇ ਲੋਕ ਕਹਿੰਦੇ ਨੇ ਨਰਕ ਹੁੰਦਾ, ਸਵਰਗ ਹੁੰਦਾ ਹੈ, ਜੇ ਸਵਰਗ ਹੁੰਦਾ ਸਵਰਗ ਦੀ ਮਿੱਟੀ ਲੈ ਕੇ ਆਇਓ। ਕੋਈ ਬੱਚਾ ਲੈ ਕੇ ਆਇਆ, ਬੱਚੇ ਨੀਵੀਆਂ ਪਾ ਕੇ ਬਹਿ ਗਏ, ਕਹਿੰਦੇ ਸਵਰਗ ਤਾਂ ਮਰਨ ਤੋਂ ਬਾਅਦ 'ਚ ਮਿਲਦਾ, ਕਹਿੰਦੇ ਮਰਨ ਤੋਂ ਬਾਅਦ 'ਚ ਮਿਲਦਾ। ਨੀਵੀਆਂ ਪਾ ਕੇ ਬਹਿ ਗਏ। ਕਹਿੰਦੀ ਕੋਈ ਨਹੀਂ ਲੈ ਕੇ ਆਇਆ। ਇੱਕ ਬੱਚੇ ਨੇ ਜੇਬ 'ਚੋਂ ਪੁੜੀ ਕੱਢੀ, ਵਿੱਚੋਂ ਦੇ ਮਿੱਟੀ ਪਾਈ ਆ, ਖੋਲ ਕੇ ਕਹਿੰਦਾ ਸਵਰਗ ਦੀ ਮਿੱਟੀ ਮੈਂ ਲੈ ਕੇ ਆਇਆ, ਮੈਂ ਲੈ ਕੇ ਆਇਆ ਮਿੱਟੀ ਸਵਰਗ ਦੀ। ਕਹਿੰਦੇ ਤੂੰ ਕਿੱਥੋਂ ਲੈ ਆਇਆ? ਉਹ ਕਹਿੰਦਾ ਮੈਂ ਮੇਰੀ ਮਾਂ ਦੇ ਚਰਨਾਂ 'ਚੋਂ ਲੈ ਕੇ ਆਇਆ। ਮੈਨੂੰ ਲੱਗਦਾ ਜਿਹੜਾ ਕਹਿੰਦੇ ਹੋ ਤੁਸੀਂ ਸਵਰਗ ਹੈ, ਮੈਨੂੰ ਲੱਗਦਾ ਉਹ ਮੇਰੀ ਮਾਂ ਦੇ ਚਰਨਾਂ ਵਰਗਾ ਨਹੀਂ ਹੋਣਾ। ਮੇਰੇ ਮਾਂ ਦਾ ਚਰਨ ਜਿਹੜੇ ਉਹ ਸਵਰਗ ਨੇ, ਆ ਮੇਰੇ ਮਾਂ ਦੇ ਚਰਨਾਂ ਦੀ ਮਿੱਟੀ ਹੈ। ਮਾਂ ਦੇ ਚਰਨਾਂ ਵਿੱਚ ਸਵਰਗ ਹੈ। ਉਹ ਕਰਮਾਂ ਵਾਲਿਓ ਤੁਸੀਂ ਜਿਨ੍ਹਾਂ ਦੇ ਘਰਾਂ ਦੇ ਵਿੱਚ ਮਾਵਾਂ ਨੇ, ਉਹ ਕਰਮਾਂ ਵਾਲੇ ਆ ਜਿਨ੍ਹਾਂ ਦੇ ਘਰਾਂ 'ਚ ਮਾਵਾਂ ਨੇ। ਉਹ ਮਾਵਾਂ ਵੀ ਕਰਮਾਂ ਵਾਲੀਆਂ ਨੇ ਜਿਨ੍ਹਾਂ ਦੇ ਧੀ ਪੁੱਤ ਉਹਦੇ ਆਗਿਆਕਾਰ ਨੇ, ਉਹਦੀ ਸੇਵਾ ਕਰਦੇ ਨੇ। ਇਹ ਮਾਂ ਬਾਪ ਐਵੇਂ ਨਹੀਂ ਥਿਆਉਂਦੇ ਦੁਨੀਆ ਤੇ, ਐਵੇਂ ਨਹੀਂ ਮਿਲਦੇ ਸਾਧ ਸੰਗਤ ਜੀ, ਐਵੇਂ ਨਹੀਂ ਲੱਭਦੇ। ਉਹ ਕਰਮਾਂ ਵਾਲੇ ਨੇ ਜਿਨ੍ਹਾਂ ਦੇ ਘਰਾਂ ਦੇ ਵਿੱਚ ਮਾਵਾਂ ਹੋਣ। ਉਹਨੂੰ ਕਿਸੇ ਤੀਰਥ ਤੇ ਕਿਸੇ ਕੋਈ ਜਗ ਪੁੰਨ ਕਰਨ ਦੀ ਲੋੜ ਨਹੀਂ। ਜਿਹਦੇ ਘਰ ਦੇ ਵਿੱਚ ਮਾਂ ਹੈ ਉਹ ਆਪਦੀ ਮਾਂ ਦੀ ਸੇਵਾ ਕਰ ਲਵੇ। ਸਾਰੇ ਤੀਰਥ ਉਹਦੀ ਮਾਂ ਦੀ
ਫਲ ਹੈ ਜਿਹੜਾ ਤੀਰਥਾਂ ਦਾ, ਉਹਨੂੰ ਉਹਦੇ ਮਾਂ ਦੇ ਚਰਨਾਂ ਦੇ ਵਿੱਚ, ਮਾਂ ਦੀ ਸੇਵਾ ਦੇ ਵਿੱਚੋਂ ਮਿਲ ਜਾਣੀ ਹੈ। ਉਹ ਹੱਟੀਓਂ ਮੁੱਲ ਨੀ ਮਿਲਦੇ ਸੱਜਣਾ ਮਾਪੇ ਹੋਏ, ਹੱਟੀਓਂ ਮੁੱਲ ਨੀ ਮਿਲਦੇ ਸੱਜਣਾ ਮਾਪੇ ਹੋਏ, ਮਿਲਦੇ ਸੱਜਣਾ ਮਾਪੇ ਹੱਟੀਓਂ ਮੁੱਲ ਨੀ ਮਿਲਣੇ ਸੱਜਣਾ ਮਾਪੇ ਹੋਏ, ਹੱਟੀਓਂ ਮੁੱਲ ਨੀ ਮਿਲਣੇ ਸੱਜਣਾ ਮਾਪੇ, 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 ਮਾਂ ਇਹ ਕੋਈ ਚੀਜ਼ ਨਹੀਂ, ਜਿਹੜੀ ਮਾਂ ਇਹ ਚੀਜ਼ ਨਹੀਂ, ਕੋਈ ਵਸਤੂ ਨਹੀਂ ਜਿਹੜੀ ਬਾਜ਼ਾਰੋਂ ਖਰੀਦ ਕੇ ਲੈ ਆਵਾਂਗੇ। ਇਹ ਰੱਬ ਹੈ, ਇਹ ਰੱਬ ਦਾ ਰੂਪ ਹੈ, ਮਾਂ ਹੈ ਜਿਹੜੀ। ਛੇਵੇਂ ਪਾਤਸ਼ਾਹ ਹਰਗੋਬਿੰਦ ਸਾਹਿਬ ਮਹਾਰਾਜ ਮੀਰੀ ਪੀਰੀ ਦੇ ਮਾਲਕ, ਇੱਕ ਦਿਨ ਮਾਤਾ ਗੰਗਾ ਜੀ, ਛੇਵੇਂ ਪਾਤਸ਼ਾਹ ਹਰਗੋਬਿੰਦ ਸਾਹਿਬ ਮਹਾਰਾਜ ਦੇ ਮਾਤਾ ਜੀ, ਕਹਿਣ ਲੱਗੀ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੂੰ, ਕਹਿੰਦੀ ਮੀਰੀ ਪੀਰੀ ਦੇ ਆ ਮਾਲਕਾ, ਇੱਕ ਮੇਰੀ ਇੱਛਾ ਹੈ, ਇਹਨੂੰ ਆਖਰੀ ਖੁਆਇਸ਼ ਸਮਝ ਲਈ ਮੇਰੀ। ਕੀ ਹੈ? ਕਹਿਣ ਲੱਗੀ ਜਦੋਂ ਤੇਰੇ ਪਿਤਾ ਗੁਰੂ ਅਰਜਨ ਦੇਵ ਮਹਾਰਾਜ ਉਹ ਲਾਹੌਰ ਦੇ ਵਿੱਚ ਉਹ ਚਾਲਮ ਜੰਦੂ ਚੰਦੂ ਨੇ ਤੱਤੀਆਂ ਤਵੀਆਂ ਤੇ ਬਿਠਾਇਆ, ਫਿਰ ਦੇਗ ਦੇ ਵਿੱਚ ਰੱਖ ਕੇ ਪਾਣੀ ਚ ਉਬਾਲਿਆ, ਉਦੋਂ ਫਿਰ ਉਹਨਾਂ ਨੇ ਕਹਿਣਾ ਕੀਤਾ ਕਿ ਮੈਂ ਰਾਵੀ ਦੇ ਵਿੱਚ ਇਸ਼ਨਾਨ ਕਰਨੇ। ਇਸ਼ਨਾਨ ਕਰਨ ਗਏ, ਪਾਣੀ ਦੇ ਵਿੱਚ ਸਮਾ ਗਏ। ਸਾਧ ਸੰਗਤ, ਇੱਕ ਇਤਿਹਾਸਕ ਗੱਲ ਹੈ ਕਿ ਸਿੱਖ ਕੌਮ ਦੇ ਵਿੱਚ ਸਾਡੇ 10 ਗੁਰੂਆਂ ਦੇ ਵਿੱਚੋਂ 3 ਗੁਰੂ ਹੈ ਜਿਹਨੇ ਜਿਹੜੇ ਸਣੇ ਸ੍ਰੀ ਸੱਚਖੰਡ ਗਏ ਨੇ। ਸਣੇ ਸ੍ਰੀ ਸੱਚਖੰਡ ਜਾਣਾ, ਪਹਿਲੇ ਪਾਤਸ਼ਾਹ ਗੁਰੂ ਨਾਨਕ ਦੇਵ ਮਹਾਰਾਜ, ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਜਦੋਂ ਸਰੀਰ ਛੱਡਿਆ, ਉਸ ਸਮੇਂ ਲੋਕ ਇਕੱਠੇ ਹੋ ਗਏ। ਗੁਰੂ ਨਾਨਕ ਦੇਵ ਮਹਾਰਾਜ ਦਾ 5 ਭੂਤਕ ਸਰੀਰ ਪਿਆ, ਉਹਦੇ ਉੱਤੇ ਚਾਦਰ ਪਾਈ ਹੋਈ ਹੈ। ਲੋਕ ਇਕੱਠੇ ਹੋਏ, ਕੁਛ ਮੁਸਲਮਾਨ ਲੋਕ, ਕੁਛ ਹਿੰਦੂ ਲੋਕ। ਮੁਸਲਮਾਨ ਕਹਿੰਦੇ ਵੀ ਸਾਡਾ ਇਹ ਪੀਰ ਹੈ ਗੁਰੂ ਨਾਨਕ ਦੇਵ ਮਹਾਰਾਜ, ਇਹਨੇ ਸਾਡੇ ਲੋਕਾਂ ਨੂੰ ਉਪਦੇਸ਼ ਦੇ ਕੇ ਤਾਰਿਆ, ਸਾਡਾ ਪੀਰ ਹੈ, ਅਸੀਂ ਇਹਦਾ ਨੂੰ ਦਫਨਾਉਣਾ ਹੈ, ਦੱਬਣਾ ਹੈ, ਇਹਦਾ ਅੰਤਮ ਸੰਸਕਾਰ ਜਿਹੜਾ ਦਫਨਾਉਣਾ ਹੈ। ਜਿਹੜੇ ਹਿੰਦੂ ਗੈਸ ਲੋਕ ਸੀ ਉਹ ਕਹਿੰਦੇ ਸਾਡਾ ਗੁਰੂ ਹੈ, ਇਹ ਸਾਡੀ ਬੇਦੀ ਕੁਲ ਦਾ, ਅਸੀਂ ਇਹਦਾ ਸੰਸਕਾਰ ਕਰਨਾ ਹੈ। ਦੋਏ ਜਾਣਿਆਂ ਦੋਨਾਂ ਧਿਰਾਂ 'ਚ ਝਗੜਾ ਹੋ ਗਿਆ। ਉਹ ਕਹਿੰਦੇ ਅਸੀਂ ਦਫਨਾਉਣਾ, ਸਾਡਾ ਪੀਰ ਆ, ਉਹ ਕਹਿੰਦੇ ਸਾਡਾ ਗੁਰੂ ਹੈ, ਅਸੀਂ ਸੰਸਕਾਰ ਕਰਨਾ ਹੈ। ਸਾਧ ਸੰਗਤ, ਦੋਹੇ ਤੂੰ ਮੈਂ ਕਰਨ ਲੱਗ ਪਏ। ਜਿਹੜੀ ਚਾਦਰ ਸੀ ਉਹ ਫੜ ਕੇ ਖਿੱਚਣ ਲੱਗ ਪਏ। ਉਹ ਜਦੋਂ ਚਾਦਰ ਖਿੱਚੀ, ਚਾਦਰ ਵਿਚਾਲਿਓ ਫਟ ਗਈ, 2 ਟੋਟੇ ਹੋ ਗਏ। ਜਦੋਂ ਚਾਦਰ ਫਟੀ, ਥੱਲੇ ਦੇਖਿਆ ਉਹਦੇ ਵਿੱਚ ਗੁਰੂ ਨਾਨਕ ਦੇਵ ਮਹਾਰਾਜ ਦਾ 5 ਭੂਤਕ ਸਰੀਰ ਹੈ ਹੀ ਨਹੀਂ ਸੀ। ਉਹ ਕਿੱਥੇ ਗਏ? ਸਣੇ ਸਰੀਰ ਸੱਚਖੰਡ ਚਲੇ ਗਏ ਮਹਾਰਾਜ ਗੁਰੂ ਨਾਨਕ ਦੇਵ ਮਹਾਰਾਜ ਜੀ। ਉਹ 2 ਚਾਦਰ ਦੇ ਟੋਟੇ ਹੋ ਗਏ। ਹਿੰਦੂਆਂ ਕੋਲੇ ਸੀ, ਉਹਨਾਂ ਨੇ ਉਹ ਚਾਦਰ ਦਾ ਸੰਸਕਾਰ ਕਰ ਦਿੱਤਾ। ਜਿਹੜਾ ਇਸਲਾਮ ਵਾਲਿਆਂ ਕੋਲੇ ਸੀ, ਮੁਸਲਮਾਨਾਂ ਕੋਲੇ, ਉਹਨਾਂ ਨੇ ਉਹ ਦਫਨਾ ਦਿੱਤਾ। 5ਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਜੀ ਰਾਵੀ ਦੇ ਵਿੱਚ ਗਏ।
ਉਸ ਤੋਂ ਬਾਅਦ ਸਾਧ ਸੰਗਤ ਜੀ ਜਦੋਂ ਰਾਵੀ ਦੇ ਵਿੱਚ ਰਾਵੀ ਦਰਿਆ ਦੇ ਵਿੱਚ ਇਸ਼ਨਾਨ ਕਰਨ ਲੱਗੇ ਤਾਂ ਸਾਧ ਸੰਗਤ ਜੀ ਉਹਦੇ ਵਿੱਚ ਸਮਾ ਕੇ ਸਣੇ ਸਰੀਰ ਚਲੇ ਗਏ, ਪਤਾ ਹੀ ਨਹੀਂ ਲੱਗਿਆ, ਸਰੀਰ ਮਿਲਿਆ ਹੀ ਨਹੀਂ। 10ਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੰਦੇੜ ਦੀ ਧਰਤੀ ਤੇ ਉਹਨਾਂ ਨੇ ਜਦੋਂ ਅੰਤਮ ਸੰਸਕਾਰ ਕਰਨ ਲੱਗੇ, ਉਹਨਾਂ ਨੇ ਕਹਿ ਦਿਆ ਇੱਕ ਕਨਾਤ ਲਾ ਦਿਓ, ਉਹਦੇ ਵਿੱਚ ਸੰਸਕਾਰ ਕਰਨਾ ਹੈ, ਸਾਡਾ ਅੰਗੀਠਾ ਫੁੱਲ ਲਿਓ ਨਾ। ਸਾਧ ਸੰਗਤ ਉਹਨਾਂ ਦੇ ਸਰੀਰ ਨੂੰ ਲੱਕੜਾਂ 'ਚ ਲਾ ਕੇ ਜਦੋਂ ਸੰਸਕਾਰ ਕਰਕੇ ਦੇਖਿਆ ਤਾਂ ਸਾਧ ਸੰਗ ਉਹਦੇ ਵਿੱਚੋਂ ਜਿਹੜਾ ਅੰਗੀਠਾ ਸੀ ਮਹਾਰਾਜਾ ਰਣਜੀਤ ਸਿੰਘ ਨੇ ਫੋਲਿਆ, ਉਹਦੇ ਵਿੱਚੋਂ ਮਹਾਰਾਜ ਜਿਹੜੇ ਫੁੱਲ ਕਹਿੰਦੇ ਆਪਾਂ ਹੱਡੀਆਂ ਕੋਈ ਮਿਲੀਆਂ ਹੀ ਨਹੀਂ, ਕੁਝ ਵੀ ਨਹੀਂ ਮਿਲਿਆ। ਇੱਕ ਕਿਰਪਾਨ ਮਿਲੀ ਛੋਟੀ। ਮਹਾਰਾਜ ਜੀ ਕਿੱਥੇ ਚਲੇ ਗਏ? ਸਣੇ ਸਰੀਰ। 3 ਗੁਰੂ ਨਾਨਕ ਦੇਵ, ਗੁਰੂ ਅਰਜਨ ਦੇਵ ਮਹਾਰਾਜ ਅਤੇ 10ਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਸਣੇ ਸਰੀਰ ਸੱਚਖੰਡ ਗਏ। ਅੱਜ ਮਾਤਾ ਗੰਗਾ ਜੀ ਕਹਿਣ ਲੱਗੇ ਨੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੂੰ, ਕਹਿਣ ਲੱਗੀ ਪੁੱਤਰਾ ਮੇਰੀ ਆਖਰੀ ਇੱਛਾ ਹੈ, ਜਦੋਂ ਮੈਂ ਇਹ ਸਰੀਰ ਨੂੰ ਛੱਡਾਂ ਤਾਂ ਮੇਰੇ ਸਰੀਰ ਨੂੰ ਪਾਣੀ ਦੇ ਵਿੱਚ ਜਲ ਪ੍ਰਵਾਹ ਕਰਦੀ, ਇਹਨੂੰ ਅਗਨੀ ਭੇਟ ਨਾ ਕਰੀ, ਜਲ ਪ੍ਰਵਾਹ ਕਰਦੀ। ਅਜੇ ਵੀ ਸਥਾਨ ਬਟਾਲੇ ਦੀ ਧਰਤੀ ਦੇ ਉੱਤੇ ਸਾਧ ਸੰਗਤ ਬਾਬੇ ਬਕਾਲੇ ਦੀ ਧਰਤੀ ਤੇ ਸਥਾਨ ਬਣਿਆ ਹੋਇਆ ਮਾਤਾ ਗੰਗਾ ਜੀ ਦੇ ਨਾਮ ਤੇ। ਸਾਧ ਸੰਗਤ ਕਹਿਣ ਲੱਗੀ ਜਿੱਥੇ ਤੇਰੇ ਪਿਤਾ ਜੀ ਉਹ ਜਲ ਦੇ ਵਿੱਚ ਉਹਨਾਂ ਨੂੰ ਸਮਾਏ ਨੇ, ਉਸੇ ਜਲ ਦੇ ਵਿੱਚ ਮੇਰੇ ਸਰੀਰ ਨੂੰ ਵੀ ਜਲ ਪ੍ਰਵਾਹ ਕਰ ਦੇਵੀਂ। ਸਾਧ ਸੰਗਤ ਸਮਾਂ ਆਇਆ ਇੱਕ ਦਿਨ ਜਦੋਂ ਮਾਤਾ ਗੰਗਾ ਜੀ ਇਹ ਦੁਨੀਆ ਤੋਂ ਚਲੇ ਗਏ, 5 ਪੂਤ ਸਰੀਰ ਛੱਡ ਦਿੱਤਾ। ਮਾਤਾ ਜੀ ਵਾਹਿਗੁਰੂ ਦਾ ਜਾਪ ਕਰਦੇ ਹੋਏ ਲੰਮੀ ਤਾਣ ਕੇ ਪਏ, ਚਾਦਰ ਉੱਪਰ ਲਈ ਹੈ। 5 ਭੂਤ ਸਰੀਰ ਸੀ ਜਿਹੜਾ ਮਾਤਾ ਜੀ ਦਾ, ਉਹ ਸਾਧ ਸੰਗਤ ਜੀ ਛੱਡ ਦਿੱਤਾ। ਹੁਣ ਜਿਹੜੇ ਲੋਕ ਸੀ ਉੱਥੇ ਇਕੱਠੇ ਹੋਏ, ਦੇਖਣ ਲੱਗੇ, ਕਹਿੰਦੇ ਕੀ ਹੋਇਆ? ਹਰਗੋਬਿੰਦ ਪਾਤਸ਼ਾਹ 6ਵੇਂ ਪਾਤਸ਼ਾਹ ਕਹਿਣ ਲੱਗੇ, ਕਹਿੰਦੇ ਮਾਤਾ ਕਹਿੰਦੇ ਸਦਾ ਲਈ ਦੁਨੀਆ ਤੋਂ ਚਲੀ ਗਈ ਹੈ। ਕਹਿੰਦੇ ਨਾ 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 ਨਾ, ਅਜੇ ਮਾਤਾ ਜੀ ਗਏ ਨਹੀਂ, ਮਾਤਾ ਜੀ ਤਾਂ ਆਪਣੇ ਸਾਹਮਣੇ ਹੀ ਪਏ ਨੇ। ਸਾਧ ਸੰਗਤ ਜੀ ਕਈ ਵਾਰੀ ਸਾਨੂੰ ਭੁਲੇਖਾ ਵੀ ਪੈ ਜਾਂਦਾ ਹੈ, ਮਾਤਾ ਭੁਲੇਖਾ ਪੈ ਜਾਂਦਾ, ਸਾਡੇ ਕੋਲ ਤਾਂ 5 ਭੂਤ ਸਰੀਰ ਹੀ ਰਹਿ ਜਾਂਦਾ ਹੈ। ਬਾਕੀ ਸਾਧ ਸੰਗਤ ਜਿਹੜਾ ਵਿੱਚ ਬੋਲਣ ਵਾਲਾ ਆ ਭੌਰ ਆ, ਜਿਹੜੀ ਆ ਟਿਕ ਟਿਕ ਚੱਲਦੀ ਹੈ, ਇਹ ਖਤਮ ਹੋ ਜਾਂਦੀ ਆ, ਭੌਰ ਅਡਾਰੀ ਮਾਰ ਜਾਂਦਾ ਹੈ, 5 ਭੂਤਕ ਸਰੀਰ ਰਹਿ ਜਾਂਦਾ ਹੈ। ਮਹਾਰਾਜ ਜੀ ਨੇ ਕਹਿਣਾ ਕੀਤਾ ਸੰਗਤੇ ਹੁਣ ਸਾਡੇ ਵਿੱਚ ਮਾਤਾ ਜੀ ਨਹੀਂ ਰਹੇ, ਕਿੱਥੇ ਨੇ? ਕਹਿੰਦੇ ਮਾਤਾ ਜੀ ਦਾ ਜਿਹੜਾ ਬੋਲਣ ਵਾਲਾ ਭੌਰ ਸੀ 5 ਭੂਤਕ ਸਰੀਰ ਨੂੰ ਛੱਡ ਕੇ ਅਡਾਰੀ ਮਾਰ ਗਏ। ਸਾਧ ਸੰਗਤ ਜਿਸ ਦਿਨ ਮੇਰੀ ਭੈਣ ਰਾਣੀ ਸਾਧ ਸੰਗਤ ਇਸ ਸੰਸਾਰ ਨੂੰ ਛੱਡ ਕੇ ਗਈ ਹੋਣੀ ਹੈ, ਫਿਰ ਪਤਾ ਲੱਗਿਆ ਹੋਣਾ ਨਾ ਉਹਨਾਂ ਦੇ ਪਿਆਰੇ ਸੁਪੁੱਤਰ ਭਾਈ ਸਰੋਵਰਪ੍ਰੀਤ ਸਿੰਘ ਜੀ, ਉਹਨੂੰ ਪਤਾ ਲੱਗਿਆ ਹੋਣਾ, ਉਹਨੇ ਵੀ ਪੁੱਛਿਆ ਹੋਣਾ ਜਿਹੜੀਆਂ ਰੋਂਦੀਆਂ ਹੋਣਗੀਆਂ ਕੋਲ ਬੈਠੀਆਂ ਭੈਣਾਂ ਕੀ ਹੋਇਆ? ਫਿਰ ਉਹਨਾਂ ਨੇ ਵੀ ਇਹੋ ਗੱਲ ਕਹੀ ਹੋਣੀ ਆ, ਪੁੱਤਰਾ ਆ ਤੇਰੀ ਮਾਂ ਆਪਾਂ ਨੂੰ ਛੱਡ ਕੇ ਸਦਾ ਲਈ ਚਲੀ ਗਈ ਹੈ। ਕਿੱਥੇ ਚਲੀ ਗਈ ਆ? ਮਾਤਾ ਜੇ ਪਈ ਆ ਕੋਲ ਮੇਰੇ ਸਾਹਮਣੇ। ਨਾ ਨਾ, ਇਹ ਤਾਂ 5 ਭੂਤਕ ਸਰੀਰ ਰਹਿ ਗਏ ਆ। ਉਹ ਤਾਂ ਮਾਰ ਗਿਆ ਉਡਾਰੀ ਲੰਮੇ ਦੇਸ ਦੀ। ਪੁੱਤਰਾ ਜਿਹੜਾ ਭੌਰ ਬੋਲਦਾ ਸੀ ਵਿੱਚ, ਤੂੰ ਮੈਂ ਵਾਲਾ ਜਿਹੜਾ ਤੈਨੂੰ ਪੁੱਤ ਕਹਿੰਦਾ ਹੁੰਦਾ ਸੀ, ਉਹ ਵਿੱਚ ਹੁਣ ਨਹੀਂ ਰਿਹਾ। ਹੁਣ ਨਹੀਂ ਤੈਨੂੰ ਕਿਸੇ ਨੇ ਪੁੱਤਰ ਕਹਿਣਾ, ਉਹ ਚਲਿਆ ਗਿਆ, ਵਿੱਚੋਂ ਉੱਡ ਗਿਆ। ਉਹ ਤਾਂ ਮਾਰ ਗਿਆ ਉਡਾਰੀ ਲੰਮੇ ਦੇਸ ਦੀ, ਜਿੱਥੋਂ ਕੋਈ ਮੋੜਿਆ ਨਹੀਂ। ਮਾਰ ਗਿਆ ਉਡਾਰੀ ਲੰਮੇ ਦੇਸ ਦੀ, ਜਿੱਥੋਂ ਕੋਈ ਮੁੜਿਆ ਨਹੀਂ।
ਜਿੱਥੋਂ ਕੋਈ ਮੁੜਿਆ ਨਹੀਂ। ਉਹ ਤਾਂ ਮਾਰ ਗਿਆ ਉਡਾਰੀ ਲੰਮੇ ਦੇਸ਼ ਦੀ, ਜਿੱਥੋਂ ਕੋਈ ਮੁੜਿਆ ਨਹੀਂ। ਉਹ ਤਾਂ ਮਾਰ ਗਿਆ ਉਡਾਰੀ ਲੰਮੇ ਦੇਸ਼ ਦੀ, ਜਿੱਥੋਂ ਕੋਈ ਮੁੜਿਆ ਨਹੀਂ। ਉਹ ਤਾਂ ਮਾਰ ਗਿਆ ਉਡਾਰੀ ਲੰਮੇ ਦੇਸ਼ ਦੀ, ਜਿੱਥੋਂ ਕੋਈ ਮੁੜਿਆ ਨਹੀਂ। ਉਹ ਤਾਂ ਮਾਰ ਗਿਆ ਉਡਾਰੀ ਲੰਮੇ ਦੇਸ਼ ਦੀ, ਜਿੱਥੋਂ ਕੋਈ ਮੁੜਿਆ ਨਹੀਂ। ਜਿੱਥੋਂ ਕੋਈ ਜੀ ਮੁੜਿਆ ਨਹੀਂ, ਜਿੱਥੋਂ ਕੋਈ ਜੀ ਮੁੜਿਆ ਨਹੀਂ। ਉਹ ਤਾਂ ਮਾਰ ਗਿਆ ਉਡਾਰੀ ਲੰਮੇ ਦੇਸ਼ ਦੀ, ਉਡਾਰੀ ਲੰਮੇ ਦੇਸ਼ ਦੀ, ਜੋ ਕੋਈ ਮੋੜਿਆ ਨਹੀਂ। ਉਹ ਤਾਂ ਮਾਰ ਗਿਆ ਉਡਾਰੀ ਲੰਮੇ ਦੇਸ਼ ਦੀ, ਜਿੱਥੋਂ ਕੋਈ ਮੋੜਿਆ ਨਹੀਂ। ਮਾਰ ਗਿਆ ਉਡਾਰੀ ਲੰਮੇ ਦੇਸ਼ ਦੀ, ਜਿੱਥੋਂ ਕੋਈ ਮੁੜਿਆ ਨਹੀਂ। ਸਾਧ ਸੰਗਤ ਜੀ ਕਹਿੰਦੇ ਮਹਾਰਾਜ ਹਰਗੋਬਿੰਦ ਸਾਹਿਬ ਮਹਾਰਾਜ ਕਹਿੰਦੇ ਸਿੱਖੋ, ਉਹ ਮਾਤਾ ਦਾ ਤਾਂ ਹੁਣ ਪੰਜ ਭੂਤਕ ਸਰੀਰ ਰਹਿ ਗਏ ਆ। ਸਾਧ ਸੰਗਤ ਜੀ ਇਸ਼ਨਾਨ ਕਰਾਇਆ, ਸੰਗਤਾਂ ਨੂੰ ਪਤਾ ਲੱਗਿਆ, ਇਕੱਠ ਹੋ ਗਿਆ ਸੰਗਤਾਂ ਦਾ ਦੂਰ ਤੱਕ। ਸਾਧ ਸੰਗਤ ਹੁਣ ਮਾਤਾ ਦਾ ਸੰਸਕਾਰ ਕਰਨ ਲੱਗੇ ਨੇ। ਹਰਗੋਬਿੰਦ ਸਾਹਿਬ ਮਹਾਰਾਜ ਦੇ ਯਾਦ ਆ ਗਈ ਗੱਲ ਯਾਦ ਆ ਗਈ। ਮੇਰੀ ਮਾਂ ਨੇ ਕਿਹਾ ਸੀ ਕਿ ਜਿਹੜਾ ਮੇਰਾ ਅੰਤਮ ਸੰਸਕਾਰ ਆ ਉਹ ਜਲ ਪ੍ਰਵਾਹ ਕਰਿਓ। ਸਾਧ ਸੰਗਤ ਮੇਰੇ ਇੱਕ ਗੱਲ ਯਾਦ ਆਈ। ਮੇਰੇ ਗੁਆਂਢ 'ਚ ਇੱਕ ਮਾਤਾ ਰਹਿੰਦੀ ਸੀ, ਉਹਦੇ 3 ਭਰਾ ਸੀ। ਉਹਦੇ ਇੱਕ ਭਰਾ ਨੇ ਉਹਨੂੰ ਮਾਤਾ ਨੂੰ ਆਪਣੇ ਬੇਟੇ ਦੇ ਵਿਆਹ 'ਚ ਨਾ ਬੁਲਾਇਆ। ਇੱਕ ਦਿਨ ਮਿਲਣ ਆਇਆ, ਮੈਂ ਉੱਥੇ ਕੋਲੇ ਹੀ ਬੈਠਾ ਸੀ। ਉਹ ਕਹਿੰਦੀ ਤੈਂ ਮੈਨੂੰ ਆ ਤੇਰੇ ਬੇਟੇ ਦੇ ਵਿਆਹ 'ਚ ਨਹੀਂ ਬੁਲਾਇਆ। ਉਹ ਕਹਿੰਦਾ ਫਲਾਣਾ ਢਿਮਕਾ, ਦੂਏ ਔਖੇ ਹੁੰਦੇ ਇੱਧਰ, ਔਖੇ ਹੁੰਦੇ ਫਲਾਣਾ, ਇੰਝ ਕਰਕੇ ਸਾਰ ਦਿੱਤਾ। ਉਹ ਕਹਿੰਦੀ ਫਿਰ ਇਸ ਤਰ੍ਹਾਂ ਕਰੀ, ਜਿਸ ਦਿਨ ਮੈਂ ਮਰ ਗਈ ਨਾ, ਕਹਿੰਦੀ ਮੈਨੂੰ ਹੱਥ ਨਾ ਲਾਈ, ਕਹਿੰਦੀ ਮੈਨੂੰ ਹੱਥ ਨਾ ਲਾਈ। ਸਾਧ ਸੰਗਤ ਉਹ ਮੇਰੇ ਖਿਆਲ ਹੈ ਜਿਸ ਦਿਨ ਉਹ ਕਹਿੰਦਾ ਮੈਂ ਧੱਕੇ ਨਾਲ ਚੱਕੂਗਾ ਜਾਂ ਤੂੰ ਮਰੇਂਗੀ, 1-2 ਨੂੰ ਮੈਨੇ ਤਾਨੇ ਜੁੜ, ਮੈਂ ਧੱਕੇ ਨਾਲ ਚੱਕੂਗਾ। ਉਹ ਕਹਿੰਦੀ ਹੱਥ ਨਾ ਲਾਈ। ਮੇਰੇ ਸਾਹਮਣੇ, ਮੇਰੇ ਚੰਗੀ ਤਰ੍ਹਾਂ ਅੱਖਾਂ ਦੇ ਸਾਹਮਣੇ ਦੀ ਗੱਲ ਹੈ, ਜਿਸ ਦਿਨ ਉਹ ਬੀਬੀ ਨੇ ਸਰੀਰ ਛੱਡਣਾ ਸੀ, ਇੱਕ ਦਿਨ ਪਹਿਲਾਂ ਹੀ ਉਹਦਾ ਭਰਾ ਸਰੀਰ ਛੱਡ ਗਿਆ। ਇੱਕ ਦਿਨ ਪਹਿਲਾਂ ਹੀ ਸਰੀਰ ਛੱਡ ਗਿਆ, ਹੱਥੇ ਨਹੀਂ ਲੱਗਿਆ। ਸਾਧ ਸੰਗਤ ਹਰਗੋਬਿੰਦ ਸਾਹਿਬ ਮਹਾਰਾਜ ਦੇ ਯਾਦ ਆਇਆ। ਹੁਣ ਮਹਾਰਾਜ ਜੀ ਨੇ ਸੋਹਣੀ ਪਾਲਕੀ ਤਿਆਰ ਕੀਤੀ, ਜਿਹਦੇ ਵਿੱਚ ਮਾਤਾ ਜੀ ਦਾ ਇਸ਼ਨਾਨ ਕਰਾ ਕੇ ਚੰਗੇ ਵਸਤਰ ਪਾ ਕੇ ਮਾਤਾ ਗੰਗਾ ਜੀ ਨੂੰ ਉਹਦੇ ਵਿੱਚ ਪਾ ਲਿਆ। ਕਹਿੰਦੇ ਚਲੋ ਜੀ, ਕਹਿੰਦੇ ਬਿਆਸਾ ਦਰਿਆ ਤੇ ਚੱਲਦੇ ਆ ਮਾਤਾ ਜੀ ਦਾ ਸੰਸਕਾਰ ਕਰਨ ਵਾਸਤੇ। ਸਾਧ ਸੰਗਤ ਜਦੋਂ ਬਿਆਸਾ ਦਰਿਆ ਤੇ ਲੈ ਗਏ, ਬੇੜੀ ਦੇ ਵਿੱਚ ਉਹ ਪਾਲਕੀ ਨੂੰ ਰੱਖ ਲਿਆ, ਦਰਿਆ ਦੇ ਵਿਚਾਲੇ ਲੈ ਗਏ ਬੇੜੀ ਨੂੰ। ਜਦੋਂ ਬੇੜੀ ਦੇ ਵਿੱਚੋਂ 4 ਸਿੰਘ ਨਾਲ ਲਾ ਕੇ ਹਰਗੋਬਿੰਦ ਸਾਹਿਬ ਮਹਾਰਾਜ ਜੀ, ਸਾਧ ਸੰਗਤ ਮਾਤਾ ਦੇ ਸਰੀਰ ਨੂੰ ਚੱਕ ਕੇ ਉਹ ਜਲ ਦੇ ਵਿੱਚ ਰੱਖ ਦਿੱਤਾ। ਹੁਣ ਜਲ ਦੇ ਵਿੱਚ ਜਿਹੜਾ ਸਰੀਰ ਸੀ, ਨਾਲੇ ਤਾਂ ਪਾਣੀ ਵਿੱਚ ਡੁੱਬਦਾ ਜਾਂਦਾ ਥੱਲੇ ਨੂੰ, ਨਾਲੇ ਤਰਦਾ ਤਰਦਾ ਅੱਗੇ ਨੂੰ ਜਾਂਦਾ ਹੈ। ਹਰਗੋਬਿੰਦ ਸਾਹਿਬ ਮਹਾਰਾਜ ਇੱਕ ਟਿਕ ਲਾ ਕੇ, ਅੱਖ ਤੱਕ ਨਹੀਂ ਝਮਕੀ। ਹਰਗੋਬਿੰਦ ਸਾਹਿਬ ਮਹਾਰਾਜ ਇੱਕ ਅੱਖ ਦੇ ਨਾਲ ਟਿਕ ਲਾ ਕੇ ਦੇਖਦੇ ਰਹੇ।
ਉਹ ਜਿੰਨਾ ਚਿਰ ਮਾਂ ਦਾ ਸਰੀਰ ਦਿਖਦਾ ਰਿਹਾ ਉਹਨਾਂ ਚਿਰ ਤੱਕ ਅੱਖ ਤੱਕ ਨਹੀਂ ਝਮਕੀ। ਜਦੋਂ ਜਿਹੜਾ ਸਰੀਰ ਸੀ ਮਾਤਾ ਦਾ ਪਾਣੀ ਦੇ ਵਿੱਚ ਡੁੱਬਿਆ ਨਾ ਸਾਧ ਸੰਗਤ, ਸਿੱਖਾਂ ਨੇ ਦੇਖਿਆ ਹਰਗੋਬਿੰਦ ਸਾਹਿਬ ਮਹਾਰਾਜ ਦੇ ਅੱਖਾਂ ਦੇ ਵਿੱਚ ਪਾਣੀ ਸੀ। ਮਹਾਰਾਜ ਦੇ ਦਾੜੇ ਉੱਤੇ ਅੱਖਾਂ ਦੇ ਹੰਝੂ ਪਏ। ਫਿਰ ਤਰਕ ਕਰਨ ਵਾਲੇ ਲੋਕ ਉਹਨਾਂ ਨੇ ਨਾਲ ਦੀ ਨਾਲ ਮਹਾਰਾਜ ਜੀ ਨੂੰ ਸਵਾਲ ਕਰ ਦਿੱਤਾ। ਇਹ ਜਿਹੜਾ ਤਰਕ ਕਰਨ ਵਾਲਾ ਸਾਡੇ ਸਿੱਖਾਂ 'ਚ ਜ਼ਿਆਦਾ ਹੋ ਗਿਆ ਕੰਮ। ਇਹ ਐਂ ਕਿਵੇਂ ਹੋ ਗਿਆ ਜੀ, ਐਂ ਹੋਣਾ ਨਹੀਂ ਜੀ, ਇਹ ਤਾਂ ਗਲਤ ਹੈ ਜੀ, ਤਾਂ ਗੱਲੇ ਨਹੀਂ ਹੋ ਸਕਦੀ ਜੀ। ਐਂ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਪੰਜੇ ਨਾਲ ਪਹਾੜ ਕਿਵੇਂ ਰੋਕ ਲਿਆ ਜੀ, ਬਾਬਾ ਦੀਪ ਸਿੰਘ ਬਿਨਾਂ ਸਿਰ ਤੋਂ ਕਿਵੇਂ ਲੜਿਆ। ਸਾਡੇ ਸਿੱਖੇ ਕਰੀ ਜਾਂਦੇ ਨੇ, ਸਾਡੇ 'ਚ ਜ਼ਿਆਦਾ ਹੈ। ਕਦੇ ਹਿੰਦੂ ਮੱਤ ਵਾਲੇ ਦੇਖੇ ਨੇ ਕਦੇ ਹਿੰਦੂ ਮੱਤ 'ਤੇ ਟਿੱਪਣਾ ਟਿੱਪਣੀ ਕਰਦੇ? ਬਿਲਕੁਲ ਨਹੀਂ ਕਰਦੇ। ਉਹ ਸਤਿਕਾਰ ਕਰਦੇ ਨੇ। ਸਾਧ ਸੰਗਤ, शिवजी भगवान ने हाथी का सिर वढ़ के ला दिता पुत्र दे, गणेश बना दिता। लोग हिंदू लोग सारे पूजा करते हैं। उन्होंने कदे नहीं कहा कि हाथी का सिर किवें लग गया बंदे दे। साडे वाले कही ने बाबा दीप सिंह बिना सीस तो किवें लड़दा रहा, कि गल ही नहीं हो सकती। साडे ज़्यादा तर्क है, साडे लोग ज़्यादा पढ़े लिखे हो गए ना, ज़्यादा विद्वान बन गए सी। साध संगत, सिखा ने सवाल कर दिता महाराज जी, महाराज की गुरबाणी कहती है सो सिख सका बंदप है भाई जो गुर के भाणे विच आवे। महाराज जी तुसी भाणा मनो, तुसी तां गुरु हो, गुरु नानक देव महाराज की सेवी जोत हो। महाराज तुहाडे अखां 'च क्यों अश्रू आए ने? महाराज जी कहन लगे कि जिहड़े आ अथरू ने मेरे अखां दे विच, अथरू दो तरह के आउंदे ने बंदे दे। एक तां बंदा रोंदा बंदे दे मरन वाले दे काम नूं, वो वधिया काम करता सी, मैना बेला खांदा सी, वो तां कमाई करके लियाउंदे, उहदी वधिया पेंशन आउंदी सी, वधिया रुपये आउंदे सी। एक तां बंदा वो रोंदा है, एक बंदा उहदी करनी नूं रोंदा है। जे असीं सरंद की धरती ते जाने आ ना, उत्थे बच्चों की करनी, उन्हां दी कुरबानी नूं रोने, अखां 'च अथरू आउंदे ने ना उत्थे देख के। 7 साल दे 9 साल दियां नूं आ नीहां 'च चिण दित्ता उन्हां दी करनी देख के। साध संगत, सवाल किया महाराज तुसी क्यों, तुहाडे अखां 'च अथरू क्यों आए ने? महाराज जी फिर एको गल कही। महाराज हरगोबिंद साहब महाराज कहते मेरे अथरू ने जेड़े इस गल्लों आए ने, मेरे वो गल याद आ गई, वो मैनू आ दुनिया दिखाउण वास्ते मेरी माता गंगा ने कहते 30 किलोमीटर नंगे पैरी तुर के हथी प्रसादे बना के वो बीड़ बाबा बुढ़ा तक, बाबा बुढ़ा जी कोले वार लैन गई सी। मेरी मां नंगे पैर तुर के गई आ मैनू दुनिया दिखाउण वास्ते। मेरी मां ने मैनू अपने शरीर चो शरीर दिता है, मेरी मां ने मैनू अपने रंग रूप चो रंग रूप दिता है, मेरी मां ने अपने खून दे विचों मैनू खून दिता है। वो मैं तां उहदी कुरबानी नूं रोना, उहदी किड्डी कुरबानी सी। मेरी मां माता गंगा वो मैनू उंगली तो फड़ के लै गई बाबा बुढ़ा कोले। बाबा बुढ़ा जी आ कलम घड़ो अपने हथ दे नाल, कलम घड़ के मेरे पुत्र दे हथ 'च फड़ा दिओ, इहनूं पढ़ना लिखना सिखा दिओ, इहनूं विद्वान बना दिओ। मेरी मां बाबा बुढ़े कोले लै गई, मैनू फड़ के छोटी जी उंगली तो आ मेरे पुत्र नूं घोड़ सवारी सिखा दिओ, इहनूं शास्त्र विद्या सिखा दिओ। ये सारियां कुरबानियां जिहड़ियां कहंदा अज ने मेरे को सारियां मेरी मां दियां ने। असीं भुल्ले फिरदे हां दुनिया वाले भी मां दी की कुरबानी है। थोड़ा जिहा मां तो कोई पाइया दुध डुल जावे बवाल खड़ा कर दिंदे आ। डुल किवें गया, क्यों डोलता? वो कहंदे मैं गल करदा सी साध संगत दे नाल पहलां, वो जदों पता लग्या ना सरबण नूं कि वो साधु आया है, अपनी मां नूं फड़ के हथ मां दा साधु कोले लै गया। जदों लिजाया साधु कोले इकट्ठ होया सी, कोई बंदा अगे बैठा सी दुखी, लत्तां जिहां नसाली, वो मां दियां थोड़ियां पैरां 'च अड़क के मां डिग गई। सरवण कुमार कहंदा मां तैनूं दींदा नहीं, तू अन्नी है? वो कहंदी पुत्रा मैं अन्नी आ तां ही अड़की है। असी माँ बाप नूं लफ्ज कलफ्ज बोलण लगे देखते ही नहीं, पता नहीं कदों कह दिंदे आ बुढ़ीए और बुढ़िया 1 मिनट लाउने, उहदा कीता परोपकार सारा भुल जाने असीं भी इहदी किड्डी क देना सानूं जीवन दिखाउण वास्ते। वो कहंदा जदों डिग्गिया वो साधु ने सुन लिया। साधु कहंदा पुत्रा सरवण बैठ, तू कहना तेरी माँ नूं तू अन्नी है, कहना तेरी माँ अन्नी है। ये अन्नी क्यों हुई तेरी माँ? तेरी माँ ने मेरे नाल इस गल की रखी हुई शर्त मेरी भी जे तो दुनिया के पुत्र का रूप देखना चाहनी है
ਤਾਂ ਤੇਰੀਆਂ ਅੱਖਾਂ ਦੀ ਰੋਸ਼ਨੀ ਚਲੀ ਜਾਊਗੀ। ਤੇਰੇ ਮਾਂ ਨੇ ਮੇਰੇ ਨਾਲ ਵਾਅਦਾ ਕੀਤਾ ਹੋਇਆ ਸੀ ਇਹ, ਉਹ ਪੁੱਤਰਾ ਤੈਨੂੰ ਦਿਖਾਉਣ ਵਾਸਤੇ ਹੀ, ਦੱਗ ਦਿਖਾਉਣ ਵਾਸਤੇ ਤੇਰੀ ਮਾਂ ਦੀਆਂ ਅੱਖਾਂ ਗਈਆਂ ਨੇ। ਅੱਜ ਤੂੰ ਮਾਂ ਨੂੰ ਇਹ ਅੰਨੀ ਦੱਸਦਾ, ਇਹ ਤੇਰੀ ਮਾਂ ਨੇ ਤੈਨੂੰ ਜੱਗ ਦਿਖਾਇਆ ਤਾਂ ਅੰਨੀ ਹੋਈ ਹੈ। ਮਾਂ ਦੀ ਬਹੁਤ ਵੱਡੀ ਕੁਰਬਾਨੀਆਂ ਧੀਆਂ ਪੁੱਤਰਾਂ ਦੇ ਉੱਤੇ। ਸਾਧ ਸੰਗਤ, ਅੱਜ ਜਿੱਥੇ ਭਾਈ ਸਾਹਿਬ ਭਾਈ ਸਰੋਵਰਪ੍ਰੀਤ ਸਿੰਘ ਜੀ ਬੇਟਾ ਉਹਨਾਂ ਵਾਸਤੇ ਇੱਕ ਬਹੁਤ ਵੱਡਾ ਦੁੱਖ ਦੀ ਗੱਲ ਹੈ। ਸਾਧ ਸੰਗਤ, ਜਿਹੜਾ ਮਾਂ ਵਰਗਾ ਰਿਸ਼ਤਾ ਹੈ ਹੋਰ ਕੋਈ ਰਿਸ਼ਤਾ ਨਹੀਂ। ਚਾਚੀਆਂ, ਤਾਈਆਂ, ਮਾਮੀਆਂ, ਭੂਆ, ਸਾਰੇ ਰਿਸ਼ਤੇ ਜੱਗ ਤੇ ਨੇ, ਸਾਰੇ ਸਤਿਕਾਰਯੋਗ ਨੇ, ਪਰ ਜਿਹੜਾ ਮਾਂ ਵਾਲਾ ਰਿਸ਼ਤਾ ਹੈ, ਇਹੋ ਜਿਹਾ ਰਿਸ਼ਤਾ ਕੋਈ ਦੁਨੀਆ ਤੇ ਨਹੀਂ ਲੱਭਣਾ। ਪਰ ਮੈਂ ਤਾਂ ਇੱਕੋ ਅਰਦਾਸ ਕਰਦਾ ਉਹਨਾਂ ਮਾਂ ਕੇ ਮਾਲਕਾ, ਉਹ ਆ ਮਾਂ ਨੂੰ ਨਾ ਲੈ ਕੇ ਜਾਈ ਸਾਡੇ ਵਿੱਚੋਂ, ਇਹਦੇ ਵਰਗਾ ਦੁਨੀਆ ਤੇ ਹੋਰ ਕੋਈ ਰਿਸ਼ਤਾ ਨਹੀਂ। ਹੋ ਕਦੇ ਮਾਂ ਨਾਲ ਜਾਵੀਂ ਰੱਬਾ ਜੱਗ ਤੋਂ, ਮਾਵਾਂ ਜਿਹਾ ਹੋਰ ਨਹੀਂ ਹੁੰਦਾ। ਮਾਂ ਨਾਲ ਜਾਵੀਂ ਰੱਬਾ ਜੱਗ ਤੋਂ, ਮਾਵਾਂ ਜਿਹਾ ਹੋਰ ਨਹੀਂ ਹੁੰਦਾ। ਮਾਂ ਨਾਲ ਜਾਵੀਂ ਰੱਬਾ ਜਾਦੋ ਕੋ, ਮਾਵਾਂ ਜਿਹਾ ਕੋਈ ਨਹੀਂ ਹੁੰਦਾ ਕਦੇ। ਮਾਂ ਨਾਲ ਜਾਵੀਂ ਰੱਬਾ ਜਾਦੋ ਕੋ, ਮਾਵਾਂ ਜਿਹਾ ਕੋਈ ਨਹੀਂ ਹੁੰਦਾ। ਮਾਵਾਂ ਜਿਹਾ ਜੀ ਕੋਈ ਨਹੀਂ ਹੁੰਦਾ, ਮਾਵਾਂ ਜਿਹਾ ਜੀ ਕੋਈ ਨਹੀਂ ਹੁੰਦਾ। ਮਾਂ ਨਾਲ ਜਾਵੀਂ ਰੱਬਾ ਜਾਦੋ ਕੋ, ਮਾਵਾਂ ਜਿਹਾ ਕੋਈ ਨਹੀਂ ਹੁੰਦਾ ਕਦੇ। ਮਾਂ ਨਾਲ ਜਾਵੀਂ ਰੱਬਾ ਜਾਦੋ ਕੋ, ਮਾਵਾਂ ਜਿਹਾ ਕੋਈ ਨਹੀਂ ਹੁੰਦਾ। ਮਾਂ ਜਿਹਾ ਕਣਸਾਵਾ ਬੂਟਾ ਮੈਨੂੰ ਨਜ਼ਰ ਨਾ ਆਵੇ। ਮਾਂ ਵਰਗਾ ਕੋਈ ਹੈ ਹੋ ਸਕਦਾ ਦੁਨੀਆ ਤੇ? ਮਾਂ ਜਿਹਾ ਕਣਸਾਵਾ ਬੂਟਾ ਮੈਨੂੰ ਨਜ਼ਰ ਨਾ ਆਏ, ਲੈ ਕੇ ਜਿਸ ਤੋਂ ਛਾਂ ਆਧਾਰੀ ਰੱਬ ਨੇ ਸਵਰਗ ਬਣਾਏ। ਉਹ ਮਾਂ ਏ। ਸਾਧ ਸੰਗਤ, ਜਦੋਂ ਮਾਂ ਘਰ ਦੇ ਵਿੱਚੋਂ ਤੁਰ ਜਾਂਦੀ ਹੈ, ਸਾਧ ਸੰਗਤ, ਉਹਦੇ ਜਾਣ ਤੋਂ ਬਾਅਦ ਫਿਰ ਉਹ ਗੱਲਾਂ ਯਾਦ ਆਉਂਦੀਆਂ ਨੇ। ਅੱਜ ਮਾਤਾ ਗੰਗਾ ਤੁਰ ਗਈ, ਅੱਜ ਹਰਗੋਬਿੰਦ ਸਾਹਿਬ ਮਹਾਰਾਜ ਦੇ ਅੱਖਾਂ 'ਚੋਂ ਪਾਣੀ ਆਇਆ ਉਹ ਗੱਲਾਂ ਯਾਦ ਕਰਕੇ। ਜਿਹੜੀ ਮੇਰੀ ਮਾਂ ਉਹ ਨੰਗੇ ਪੈਰੀ 30 ਕਿਲੋਮੀਟਰ ਦੀ ਬਾੜ ਤੁਰ ਕੇ ਬਾਬਾ ਬੁੱਢਾ ਗਈ, ਮੈਨੂੰ ਦੁਨੀਆ ਦਿਖਾਉਣ ਵਾਸਤੇ ਨੰਗੇ ਪੈਰੀ ਚੱਲ ਕੇ ਗਈ ਮਾਤਾ। ਉਹ ਗੱਲਾਂ ਯਾਦ ਆਈਆਂ। ਸਾਧ ਸੰਗਤ, ਜਦੋਂ ਮਾਂ ਦੁਨੀਆ ਤੋਂ ਤੁਰ ਜਾਂਦੀ ਆ ਨਾ, ਉਹਦੇ ਜਾਣ ਤੋਂ ਬਾਅਦ ਵਿੱਚ ਫਿਰ ਧੀਆਂ ਪੁੱਤਰਾਂ ਨੂੰ ਮਾਂ ਦੀ ਯਾਦ ਆਉਂਦੀ ਹੈ।
ਜਦੋਂ ਘਰ ਦੇ ਵਿੱਚ ਕੋਈ ਤਿਉਹਾਰ, ਘਰ ਦੇ ਵਿੱਚ ਕੋਈ ਖੁਸ਼ੀਆਂ ਦਾ ਸਮਾਗਮ ਆਉਂਦਾ ਹੈ, ਉੱਥੇ ਮਾਂ ਦੀ ਯਾਦ ਆਉਂਦੀ ਹੈ ਵੀ ਅੱਜ ਕਿਹਦੇ ਨਾਲ ਸਲਾਹ ਕਰਾਂ। ਜੇ ਕੋਈ ਕਾਰਜ ਕਰਨਾ ਸੀ, ਅੱਜ ਮੇਰੀ ਮਾਂ ਹੁੰਦੀ ਮੈਨੂੰ ਦੱਸ ਦਿੰਦੀ ਕੰਨੋਂ ਫੜ ਕੇ, ਪੁੱਤਰਾ ਧੀਏ ਆਹ ਕੰਮ ਕਾਰਜ ਏਕਣ ਕਰੀ ਦਿੰਦੇ। ਉਹ ਮੈਂ ਤਾਂ ਨਿਆਣੀ ਮੱਤ ਦਾ, ਮੈਨੂੰ ਕੀ ਪਤਾ ਲੱਗਦਾ। ਸਾਧ ਸੰਗਤ ਅੱਜ ਨਿਆਣੀ ਮੱਤ ਹੈ ਕਾਕਾ ਸਨੋਵਰਪ੍ਰੀਤ ਸਿੰਘ ਦੀ, ਉਹ ਨਿਆਣੀ ਮੱਤ ਹੈ ਉਹਨਾਂ ਦੀ ਬੇਟੀ ਦੀ, ਬੇਟੀ ਅਸ਼ਪ੍ਰੀਤ ਕੌਰ ਦੀ ਨਿਆਣੀ ਉਮਰ ਹੈ। ਉਹਨਾਂ ਨੂੰ ਕੌਣ ਦੱਸੂਗਾ ਕਿ ਦੁਨੀਆ ਦਾ ਰਵੱਈਆ ਕੈਸਾ, ਦੁਨੀਆ ਦੇ ਵਿੱਚ ਕਿਹੜੀ ਚਾਲ ਚੱਲ ਰਹੀ ਹੈ, ਕਿਵੇਂ ਤੁਰਨਾ ਦੁਨੀਆ ਦੇ ਵਿੱਚ। ਆਉਣ ਵਾਲੇ ਝੱਖੜ ਝਮੇਲੇ ਜ਼ਿੰਦਗੀ 'ਚ ਜਿਹੜੇ ਆਉਂਦੇ ਨੇ ਉਹਨਾਂ ਤੋਂ ਕਿਵੇਂ ਬਚਣਾ ਕੌਣ ਦੱਸੂਗਾ। ਉਹ ਮਾਂ ਹੀ ਦੱਸ ਦਿੰਦੀ ਹੈ। ਸਾਧ ਸੰਗਤ ਜਿਹੜਾ ਧੀ ਦਾ ਅਤੇ ਮਾਂ ਦਾ ਰਿਸ਼ਤਾ ਹੁੰਦਾ ਹੈ ਉਹ ਤਾਂ ਦੁਨੀਆ ਤੋਂ ਅਲੱਗ ਹੀ ਹੈ। ਆਓ ਮੈਂ ਸਮਾਪਤੀ ਵੱਲ ਵਧਾ, ਸਮਾਂ ਹੋ ਗਿਆ। ਜਦੋਂ ਧੀਆਂ ਸਹੁਰਿਆਂ ਘਰ ਚਲੀਆਂ ਜਾਂਦੀਆਂ ਨੇ, ਪਤਾ ਲੱਗਦਾ ਧੀਆਂ ਨੂੰ ਕਿ ਮੇਰੀ ਮਾਂ ਦੁਨੀਆ ਤੋਂ ਚਲੀ ਗਈ ਹੈ। ਉਹ ਆਪਣੇ ਸਾਕ ਸੰਬੰਧੀਆਂ ਨੂੰ ਨਾਲ ਲੈ ਕੇ ਆਉਂਦੀ ਹੈ। ਜਦੋਂ ਆਉਂਦੀ ਆ ਦੇਖਦੀ ਆ ਘਰ ਦੇ ਵਿੱਚ ਅੱਜ ਮੇਰੀ ਮਾਂ ਨਹੀਂ ਦੀਂਦੀ, ਸਾਰੇ ਰੋਂਦੇ ਨੇ ਬੈਠੇ। ਬਸ ਇੱਕ ਧੀ ਦੇ ਅੰਦਰੋਂ ਧਾਰ ਨਿਕਲਦੀ ਹੈ। ਕੋਈ ਕਵੀ ਕਹਿੰਦਾ ਹੈ ਫਿਰ ਮਾਂ ਨੂੰ ਕਹਿੰਦੀ ਆ ਆਵਾਜ਼ ਖੇਕ ਮਾਰ ਕੇ, ਧਾਰ ਮਾਰ ਕੇ, ਅੰਦਰੋਂ ਕੂਕ ਮਾਰ ਕੇ, ਫੂਕ ਮਾਰ ਕੇ ਕਹਿੰਦੀ ਹੈ ਧੀ, ਕਹਿੰਦੀ ਕਾਵਰਾਂ ਵਿੱਚੋਂ ਬੋਲ ਨਹੀਂ ਮਾਏ, ਦੁੱਖ ਸੁੱਖ ਧੀ ਨਾਲ ਫੋਲ ਨਹੀਂ ਮਾਏ। ਮਾਂ ਮੈਂ ਪੇਕੇ ਆਵਾਂ ਜਾਵਾਂ, ਆਵਾਂ ਕਿਹੜੇ ਚਾਵਾਂ ਨਾਲ, ਮਾਂ ਮੈਂ ਮੁੜਨੀ ਪੇਕੇ ਆਉਣਾ ਪੇਕੇ ਹੁੰਦੇ। ਇਹ ਮਾਵਾਂ ਨਾਲ ਹੈ, ਮਾਵਾਂ ਨਾਲ ਸੰਸਾਰ ਹੈ, ਮਾਵਾਂ ਦੇ ਨਾਲ ਇਹ ਆ ਸਾਰਾ ਦੁਨੀਆ। ਜੇ ਮਾਂ ਹੈ ਤਾਂ ਦੁਨੀਆ ਦੇ ਸਾਰੇ ਰੰਗ ਨੇ, ਜੇ ਮਾਂ ਹੈ ਤਾਂ ਸਾਰੇ ਲੋਕ ਸੰਗ ਨੇ, ਜੇ ਮਾਂ ਹੈ ਤਾਂ ਮਾਂ ਦੇ ਨਾਲ ਬਹਾਰਾਂ ਨੇ, ਜੇ ਮੇਰੀ ਮਾਂ ਹੈ ਮਾਂ ਦੇ ਨਾਲ ਚੰਨ ਸਿਤਾਰਾ ਨੇ, ਮਾਂ ਦੇ ਨਾਲ ਆ ਸਭ ਕੁਝ। ਸਾਧ ਸੰਗਤ ਆਓ ਅੱਜ ਮਾਂ ਸਾਡੇ ਵਿੱਚੋਂ ਪਾਇਸਾ ਭਾਈ ਸਨੋਵਰਪ੍ਰੀਤ ਸਿੰਘ ਦੀ ਮਾਤਾ, ਬੇਟੀ ਅਸ਼ਪ੍ਰੀਤ ਕੌਰ ਦੀ ਮਾਤਾ ਸਾਡੇ ਵਿੱਚੋਂ ਚਲੀ ਗਈ ਹੈ। ਹੁਣ ਪਰਿਵਾਰ ਨੂੰ ਪਤਾ ਹੈ ਕਿ ਕਿੰਨਾ ਕੁ ਦੁੱਖ ਹੈ। ਗੱਲ ਕਹਿਣੀ ਸੌਖੀ ਹੈ। ਹੁਣ ਮੈਂ ਵੀ ਕਹਿ ਦਿੰਦਾ ਭਾਈ ਭਾਣਾ ਮੰਨੋ ਗੁਰੂ ਦਾ, ਗੱਲ ਕਹਿਣੀ ਸੌਖੀ ਹੈ, ਭਾਣਾ ਮੰਨਣਾ ਬੜਾ ਔਖਾ ਹੈ, ਬਹੁਤ ਔਖਾ ਭਾਣਾ ਮੰਨਣਾ। ਕੋਈ ਫਕੀਰ ਸੀ ਨਾ, ਸਾਧੂ ਫਕੀਰ ਨਗਰ 'ਚ ਰਹਿੰਦਾ। ਜਦੋਂ ਕਹਿੰਦੇ ਕੋਈ ਦੁਨੀਆ, ਉਹ ਪਿੰਡ ਦੇ ਵਿੱਚ ਕੋਈ ਮਰਗਤ ਹੋਣੀ, ਉਹਨੇ ਹੱਥ 'ਚ ਚਿਮਟਾ ਫੜ ਲੈਣਾ, ਕਹਿੰਦੇ ਮੰਜ਼ਿਲ ਦੇ ਅੱਗੇ ਅੱਗੇ ਕਬਰਾਂ ਤੱਕ ਉਹਨੇ ਨੱਚਦੇ ਨੇ ਜਾਣਾ ਚਿਮਟਾ ਵਜਾ ਕੇ। ਲੋਕ ਕਹਿੰਦੇ ਸੀ ਸਾਧੂ ਦੀ ਮੌਜ ਹੈ। ਇੱਕ ਦਿਨ ਸਮਾਂ ਆਇਆ, ਉਹ ਸਾਧੂ ਦੀ ਮਾਂ ਮਰ ਗਈ ਆਪਦੀ। ਜਦੋਂ ਸਾਧੂ ਦੀ ਮਾਂ ਮਰੀ, ਕੰਧਾਂ ਵੀ ਟੱਕਰਾਂ ਮਾਰ ਮਾਰ ਰੋਵੇ। ਕਿਸੇ ਨੇ ਫੜ ਕੇ ਪੁੱਛਿਆ, ਕਹਿੰਦੇ ਫਕੀਰਾ ਜਦੋਂ ਕੋਈ ਹੋਰ ਮੌਤ ਹੁੰਦੀ ਸੀ ਤੂੰ ਬੜਾ ਨੱਚਦਾ ਜਾਂਦਾ ਹੁੰਦਾ ਸੀ, ਅੱਜ ਕੀ ਹੋ ਗਿਆ? ਉਹ ਕਹਿੰਦਾ ਮੈਨੂੰ ਅੱਜ ਪਤਾ ਲੱਗਿਆ ਵੀ ਮਾਂ ਮਰੀ ਦਾ ਦੁੱਖ ਕਿੰਨਾ ਕੁ ਹੁੰਦਾ ਹੈ। ਅੱਜ ਪਤਾ ਲੱਗਿਆ ਮਾਂ ਦਾ ਦੁੱਖ ਕਿੰਨਾ ਕੁ ਹੁੰਦਾ ਹੈ। ਅਸੀਂ ਸਾਡੇ ਵਰਗੇ ਗੱਲਾਂ ਕਰਕੇ ਚਲੇ ਜਾਣਗੇ, ਪਰ ਅੱਜ ਪਰਿਵਾਰ ਨੂੰ ਪੁੱਛ ਕੇ ਦੇਖਿਓ ਜਿਨ੍ਹਾਂ ਦੀ ਮਾਂ ਤੁਰ ਗਈ ਵੀ ਕਿੰਨਾ ਕੁ ਦੁੱਖ ਹੈ। ਜਿਹੜੀ ਗੱਲ ਰਹਿੰਦੀ ਆ ਭਾਣੇ ਵਾਲੀ, ਭਾਣਾ ਤਾਂ ਮੇਰਾ ਬਾਬਾ ਨਾਨਕ ਕਹਿ ਗਿਆ, ਪਰ ਗੁਰੂ ਗੋਬਿੰਦ ਸਿੰਘ ਮਹਾਰਾਜ ਵਰਗੀ ਭਾਣਾ ਮੰਨ ਕੇ ਅਸੀਂ ਨਹੀਂ ਮੰਨ ਸਕਦੇ। ਜਿਨ੍ਹਾਂ ਨੇ ਅੱਖਾਂ ਦੇ ਸਾਹਮਣੇ ਆਪਣੇ ਪੁੱਤਰਾਂ ਨੂੰ ਸ਼ਹੀਦ ਹੁੰਦੇ ਦੇਖਿਆ ਭਾਣਾ, ਉਹ ਮੰਨ ਗਏ। ਸਾਡੇ ਵਿੱਚ ਓਡਾ ਬਲ ਨਹੀਂ, ਸ਼ਕਤੀ ਨਹੀਂ, ਉਹ ਸ਼ਕਤੀਆਂ ਦੇ ਮਾਲਕੇ ਭਾਣਾ ਮੰਨ ਗਏ। ਆਓ ਸਾਧ ਸੰਗਤ